हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 5ਵੇਂ ਚੈਪਟਰ ਅ ਟਾਈਨੀ ਸੈਂਚੁਰੀ ਜਿਸ ਨੂੰ ਕਿ ਜੌਨ ਪੌਲ ਸਾਰਟਰ ਨੇ ਲਿਖਿਆ ਹੋਇਆ ਹੈ, ਇਸ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕੰਟੀਨਿਊ ਕਰਾਂਗੇ। ਇਹ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਦੂਸਰਾ ਵੀਡੀਓ ਹੋਏਗਾ। ਸਟੂਡੈਂਟਸ, ਮੈਂ ਆਪਣੇ ਪਹਿਲੇ ਵੀਡੀਓ ਦੇ ਵਿੱਚ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ, ਇਸ ਚੈਪਟਰ ਦਾ ਇੰਟਰੋਡਕਟਰੀ ਪੈਰਾ ਅਤੇ ਇਸ ਚੈਪਟਰ ਦੇ ਪਹਿਲੇ 8 ਪੁਆਇੰਟਸ ਮੈਂ ਤੁਹਾਡੇ ਨਾਲ ਡਿਸਕਸ ਕਰ ਚੁੱਕਿਆ ਹਾਂ। ਉਮੀਦ ਹੈ ਤੁਸੀਂ ਇਹ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ ਤਾਂ ਕਿ ਤੁਸੀਂ ਅੱਜ ਵਾਲੇ ਵੀਡੀਓ ਨੂੰ ਚੰਗੀ ਤਰ੍ਹਾਂ ਸਮਝ ਪਾਓ। ਓਕੇ ਜੀ, ਕੱਲ ਅਸੀਂ ਆਪਣਾ ਆਲਮੋਸਟ ਹਾਫ ਆਫ ਦਾ ਚੈਪਟਰ ਕੰਪਲੀਟ ਕਰ ਲਿਆ ਸੀ। ਆਪਾਂ ਹੁਣ ਅੱਗੇ ਸਟਾਰਟ ਕਰਦੇ ਹਾਂ। ਇਨ ਮਾਈ ਗ੍ਰੈਂਡਮਦਰਜ਼ ਰੂਮ ਦ ਬੁੱਕਸ ਵਰ ਲੇਇੰਗ ਡਾਊਨ। ਤਾਂ ਬੇਟਾ ਆਪਾਂ ਕੱਲ ਤੱਕ ਜਿਹੜਾ ਦੇਖਿਆ ਸੀ ਉਹਦੇ 'ਚ ਗ੍ਰੈਂਡਫਾਦਰ ਦਾ ਜ਼ਿਕਰ ਆਇਆ ਸੀ, ਹਾਲਾਂਕਿ ਗ੍ਰੈਂਡਫਾਦਰ ਦਾ ਨਾਮ ਨਹੀਂ ਦੱਸਿਆ ਗਿਆ ਹਜੇ ਤੱਕ। ਤੇ ਇਸੇ ਤਰ੍ਹਾਂ ਹੁਣ ਗ੍ਰੈਂਡਮਦਰ, ਉਸ ਦੀ ਦਾਦੀ ਮਾਂ ਦਾ ਜ਼ਿਕਰ ਆ ਰਿਹਾ। ਕਹਿੰਦੇ ਮੇਰੀ ਜਿਹੜੀ ਦਾਦੀ ਮਾਂ ਦਾ ਰੂਮ ਸੀਗਾ, ਦਾ ਬੁੱਕਸ ਵਰ ਲੇਇੰਗ ਡਾਊਨ, ਬੁੱਕਸ ਉੱਥੇ ਨੀਚੇ ਪਈਆਂ ਸੀ। ਲੇਇੰਗ ਡਾਊਨ, ਲੇ ਡਾਊਨ ਦਾ ਮਤਲਬ ਹੁੰਦਾ ਬੇਟਾ ਕੋਈ ਚੀਜ਼ ਥੱਲੇ ਪਈ ਹੋਵੇ, ਮਤਲਬ ਕੋਈ ਤਰਕੀਬ ਜੇ ਨਾਲ ਨਾ ਰੱਖੀ ਹੋਵੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ। ਹੁਣ ਤੇ ਤੁਸੀਂ ਦੇਖੋ ਇਸ ਲਾਈਨ ਤੋਂ ਥੋੜਾ ਜਿਹਾ ਸਮਝੋ। ਗ੍ਰੈਂਡਫਾਦਰ ਆਪਣੀਆਂ ਬੁੱਕਸ ਨੂੰ ਬਹੁਤ ਹੀ ਸਜਾ ਕੇ ਰੱਖਦਾ ਹੈ, ਈਵਨ ਕਿ ਹੱਥ ਵੀ ਨਹੀਂ ਲਾਣ ਦਿੰਦਾ, ਉਹ ਡਸਟਿੰਗ ਵੀ ਕਰ ਨਹੀਂ ਦਿੰਦਾ। ਸਿਰਫ ਸਾਲ 'ਚ ਇੱਕ ਵਾਰੀ ਅਕਤੂਬਰ ਦੇ ਮਹੀਨੇ ਤੋਂ ਪਹਿਲਾਂ ਡਸਟਿੰਗ ਹੁੰਦੀ ਹੈ। ਲੇਕਿਨ ਗ੍ਰੈਂਡਮਦਰ ਦੇ ਰੂਮ ਦੇ ਵਿੱਚ ਜਿਹੜੀਆਂ ਬੁੱਕਸ ਨੇ, ਹਾਲਾਂਕਿ ਦੇਖੋ ਬੁੱਕਸ ਗ੍ਰੈਂਡਮਦਰ ਨੂੰ ਵੀ ਪੜ੍ਹਨ ਦਾ ਸ਼ੌਂਕ ਹੈ, ਦੋਵੇਂ ਦਾਦਾ ਦਾਦੀ ਬੁੱਕਸ ਨਾਲ ਲਗਾਵ ਰੱਖਦੇ ਨੇ, ਲੇਕਿਨ ਗ੍ਰੈਂਡਮਦਰ ਦੇ ਰੂਮ ਦੇ ਵਿੱਚ ਜਿਹੜੀਆਂ ਬੁੱਕਸ ਨੇ ਲੇਇੰਗ ਡਾਊਨ ਮਤਲਬ ਨੀਚੇ ਹੀ ਪਈਆਂ ਨੇ, ਕੋਈ ਤਰਤੀਬ ਵਾਈਜ਼ ਨਹੀਂ ਪਈਆਂ। ਇੱਥੋਂ ਸੰਭਾਲ ਦਾ ਤੁਹਾਨੂੰ ਫਰਕ ਪਤਾ ਲੱਗ ਜਾਊਗਾ ਕਿ ਦਾਦਾ ਕਿੰਨੀ ਸੰਭਾਲ ਕੇ ਬੁੱਕਸ ਰੱਖਦਾ ਹੈ, ਲੇਕਿਨ ਗ੍ਰੈਂਡਮਦਰ ਦੇ ਰੂਮ ਦੇ ਵਿੱਚ ਬੁੱਕਸ ਲੇਇੰਗ ਡਾਊਨ ਉੱਥੇ ਪਈਆਂ ਨੇ। ਸ਼ੀ ਯੂਜ਼ਡ ਟੂ ਬੋਰੋ them a lending library and I never saw more than 2 at a time। ਹੁਣ ਉਹਦੇ ਕੋਲੇ ਬੁੱਕਸ ਕਿੱਥੋਂ ਆਉਂਦੀਆਂ? ਐਕਚੁਅਲੀ ਤਾਂ ਦੇਖੋ ਆਪਾਂ ਕੱਲ ਜਿਹੜੀ ਪੜ੍ਹੀ ਹੈ, ਐਸੇ ਪੜ੍ਹਿਆ, ਉਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਗ੍ਰੈਂਡਫਾਦਰ ਦਾ ਇੱਕ ਸਟੱਡੀ ਰੂਮ ਹੈ ਜਿਸ ਦੇ ਵਿੱਚ ਉਸਨੇ ਇੱਕ ਤਰ੍ਹਾਂ ਦੀ ਲਾਇਬ੍ਰੇਰੀ ਬਣਾ ਕੇ ਰੱਖੀ ਹੋਈ ਹੈ, ਬਹੁਤ ਹੀ ਸਜਾ ਕੇ ਉਸਨੇ ਕਿਤਾਬਾਂ ਡਾਲਮਨਸ ਦੀ ਸ਼ੇਪ ਦੇ ਵਿੱਚ ਵੀ ਰੱਖੀਆਂ ਹੋਈਆਂ, ਆਪਾਂ ਕੱਲ ਸਾਰਾ ਪੜ੍ਹਿਆ। ਲੇਕਿਨ ਜਿਹੜੀ ਉਸਦੀ ਗ੍ਰੈਂਡਮਦਰ ਹੈ, ਦਾਦੀ ਮਾਂ ਹੈ, ਇਹ ਬੋਰੋ ਕਰਦੀ ਹੈ ਬੁੱਕ, ਮਤਲਬ ਕਿ ਉਧਾਰ ਲੈ ਕੇ ਆਂਦੀ ਹੈ, ਮੰਗ ਕੇ ਲੈ ਕੇ ਆਂਦੀ ਹੈ। ਤੇ ਕਿੱਥੋਂ ਲੈ ਕੇ ਆਂਦੀ ਹੈ? ਫਰੋਮ ਅ ਲੈਂਡਿੰਗ ਲਾਇਬ੍ਰੇਰੀ। ਲੈਂਡਿੰਗ ਲਾਇਬ੍ਰੇਰੀ ਤੋਂ ਉਹ ਬੋਰੋ ਕਰਕੇ ਲੈ ਕੇ ਆਂਦੀ ਹੈ, ਜਿਵੇਂ ਤੁਸੀਂ ਬੋਰੋ ਕਰਦੇ ਹੋ ਆਪਣੀ ਸਕੂਲ ਦੀ ਲਾਇਬ੍ਰੇਰੀ ਤੋਂ ਬੁੱਕਸ, ਹੈ ਨਾ। ਬੋਰੋ ਦਾ ਮਤਲਬ ਹੁੰਦਾ ਤੁਸੀਂ ਕੁਝ ਸਮੇਂ ਲਈ ਉਧਾਰ ਲੈ ਕੇ ਆਉਂਦੇ ਹੋ। ਲੈਂਡਿੰਗ ਲਾਇਬ੍ਰੇਰੀ ਦਾ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਪਬਲਿਕ ਲਾਇਬ੍ਰੇਰੀ। ਦੇਖੋ ਪਬਲਿਕ ਲਾਇਬ੍ਰੇਰੀ ਵੀ ਹੁੰਦੀ ਹੈ ਜੋ ਲੋਕਾਂ ਦੇ ਲਈ ਬਣੀ ਹੁੰਦੀ ਹੈ, ਤਾਂ ਉੱਥੋਂ ਇਹ ਬੁੱਕਸ ਲੈ ਕੇ ਆਂਦੀ ਹੈ। ਕੌਣ? ਦਾਦੀ ਮਾਂ। ਅਤੇ ਮੈਂ ਕਦੇ ਵੀ 2 ਤੋਂ ਜ਼ਿਆਦਾ ਬੁੱਕਸ ਉਹਦੇ ਹੱਥ 'ਚ ਨਹੀਂ ਦੇਖੀਆਂ। ਆਈ ਨੈਵਰ ਸਾ ਮੋਰ ਦੈਨ 2 ਐਟ ਅ ਟਾਈਮ, ਮਤਲਬ ਉਹਦੇ ਕੋਲੇ ਬੁੱਕਸ ਮੈਂ ਵੱਧ ਤੋਂ ਵੱਧ 2 ਹੀ ਦੇਖੀਆਂ ਨੇ। ਵੈਸੇ ਵੀ ਜੇ ਤੁਸੀਂ ਲਾਇਬ੍ਰੇਰੀ 'ਚ ਜਾਓ ਤਾਂ 2 ਬੁੱਕਸ ਹੀ ਮਿਲਦੀਆਂ, ਸ਼ਾਇਦ ਤੁਹਾਨੂੰ ਵੀ 2 ਬੁੱਕਸ ਹੀ ਸਕੂਲ ਲਾਇਬ੍ਰੇਰੀ ਤੋਂ ਇਸ਼ੂ ਹੁੰਦੀਆਂ ਨੇ ਇੱਕ ਟਾਈਮ ਤੇ। These trashy works reminded me of New Year sweetmeats because their shiny flexible covers seem to be cut out of glazed paper। ਹੁਣ ਇਹ ਲਾਈਨ ਥੋੜੀ ਜਿਹੀ ਧਿਆਨ ਨਾਲ ਦੇਖੋ। These trashy works, now trashy works ਕਿਹਾ ਗਿਆ ਹੈ ਉਹਨਾਂ ਬੁੱਕਸ ਨੂੰ ਜੋ ਗ੍ਰੈਂਡਮਦਰ ਲੈ ਕੇ ਆਂਦੀ ਹੈ। ਟ੍ਰੈਸ਼ੀ ਦਾ ਮਤਲਬ ਕੀ ਹੁੰਦਾ ਹੈ? ਟ੍ਰੈਸ਼ੀ ਜਿਵੇਂ ਆਪਾਂ ਟ੍ਰੈਸ਼ ਕਹਿ ਦਿੰਦੇ ਆ ਨਾ, ਕੂੜਾ ਕਰਕਟ, ਟ੍ਰੈਸ਼ੀ ਦਾ ਮਤਲਬ ਹੁੰਦਾ ਹੈ ਵਰਥਲੈਸ, ਮਤਲਬ ਜਿਹਦਾ ਕੋਈ ਮੁੱਲ ਹੀ ਨਹੀਂ ਹੋਈ, ਬਹੁਤ ਹੀ ਤੁੱਛ ਜੀ ਚੀਜ਼ ਹੁੰਦੀ ਹੈ, ਉਹਨੂੰ ਆਪਾਂ ਟ੍ਰੈਸ਼ੀ ਕਹਿੰਦੇ ਹਾਂ। ਟ੍ਰੈਸ਼ੀ ਵਰਕਸ ਇੱਥੇ ਕਿਹਨੂੰ ਕਿਹਾ ਗਿਆ? ਉਹਨਾਂ ਬੁੱਕਸ ਨੂੰ ਜੋ ਗ੍ਰੈਂਡਮਦਰ ਲੈ ਕੇ ਆਂਦੀ ਹੈ। ਵੀ ਉਹਦੀਆਂ ਜਿਹੜੀਆਂ ਬੁੱਕਸ ਨੇ ਬੇਕਾਰ ਜੀਆਂ ਬੁੱਕਸ ਨੇ, ਟ੍ਰੈਸ਼ੀ ਬੁੱਕਸ ਨੇ, ਜਿਵੇਂ ਜਿਨ੍ਹਾਂ ਦੀ ਕੋਈ ਕੀਮਤ ਹੀ ਨਹੀਂ, ਕੋਈ ਮੁੱਲ ਹੀ ਨਹੀਂ ਹੋਈਓ। ਤਾਂ ਮੈਨੂੰ ਉਹਨਾਂ ਨੂੰ ਦੇਖ ਕੇ ਮੈਨੂੰ ਯਾਦ ਆਉਂਦਾ ਸੀ ਕਿਹਨਾਂ ਦਾ? ਨਿਊ ਈਅਰ ਸਵੀਟ ਮੀਟਸ ਦਾ। ਇੱਥੇ ਦੇਖੋ ਵਰਡ ਦੇਖੋ, ਸਵੀਟ ਮੀਟਸ। ਹੁਣ ਤੁਸੀਂ ਕਹੋਗੇ ਮੀਟ ਤਾਂ ਸੁਣਿਆ, ਇਹ ਸਵੀਟ ਮੀਟ ਕਿਹੜਾ ਹੋਇਆ? ਵੀ ਮਿੱਠਾ ਮੀਟ? ਨਹੀਂ, ਐ ਨਹੀਂ ਹੁੰਦਾ। ਸਵੀਟ ਮੀਟ ਐਕਚੁਅਲੀ ਨਾ ਅੱਜ ਕੱਲ ਯੂਜ਼ ਨਹੀਂ ਹੁੰਦਾ ਵਰਡ, ਇਹ ਥੋੜਾ ਜਿਹਾ ਆਊਟਡੇਟਡ ਹੋ ਗਿਆ। ਲੇਕਿਨ ਸਵੀਟ ਮੀਟ ਦਾ ਮਤਲਬ ਹੁੰਦਾ ਬੱਚਿਓ, ਜਿਵੇਂ ਆਪਾਂ ਕਨਫੈਕਸ਼ਨਰੀ ਦੀ ਦੁਕਾਨ 'ਚ ਜਾਈਏ, ਹੈ ਨਾ, ਤਾਂ ਉੱਥੇ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਟੌਫੀਆਂ ਮਿਲਦੀਆਂ, ਕੈਂਡੀਜ਼ ਮਿਲਦੀਆਂ, ਤਾਂ ਉਹਨੂੰ ਆਪਾਂ ਸਵੀਟ ਮੀਟ ਕਹਿੰਦੇ ਹਾਂ। ਐਕਚੁਅਲੀ ਸਵੀਟ ਮੀਟ ਦਾ ਮਤਲਬ ਹੈ ਸਵੀਟ ਫੂਡ, ਮਿੱਠਾ ਭੋਜਨ, ਜਿਵੇਂ ਜਿਸ ਦੇ ਵਿੱਚ ਟੌਫੀਆਂ ਵੀ ਸ਼ਾਮਿਲ ਹੋ ਗਈਆਂ, ਕੈਂਡੀਜ਼ ਟਾਈਪ ਟੌਫੀਆਂ, ਇਦਾਂ ਦੀਆਂ ਸਾਰੀਆਂ ਨੂੰ ਆਪਾਂ ਸਵੀਟ ਫੂਡ ਕਹਿੰਦੇ ਹਾਂ। ਥੋੜਾ ਜਿਹਾ ਮੈਂ ਦੱਸ ਦਿੰਦਾ, ਜਿਹੜਾ ਪੁਰਾਣੇ ਸਮੇਂ ਦੇ ਵਿੱਚ ਨਾ METE ਸ਼ਬਦ ਹੁੰਦਾ ਸੀ ਤਾਂ ਮੀਟ ਸ਼ਬਦ ਹੁੰਦਾ ਸੀ, ਜਿਸ ਦਾ ਮਤਲਬ ਹੁੰਦਾ ਸੀ ਫੂਡ। ਲੇਕਿਨ ਅੱਜ ਕੱਲ ਇਹ ਸ਼ਬਦ ਚੇਂਜ ਹੋ ਗਿਆ, ਇਸ ਨੂੰ ਆਪਾਂ ਹੁਣ
TE ਨਹੀਂ ਲਿਖਦੇ, MEAT ਲਿਖਦੇ ਆ, ਇਸ ਕਰਕੇ ਇਹ ਸਵੀਟ ਮੀਟ ਸ਼ਬਦ ਪੁਰਾਣੇ ਸਮੇਂ 'ਚ ਯੂਜ਼ ਹੁੰਦਾ ਸੀ, ਜਿਹਦਾ ਮਤਲਬ ਸੀ ਸਵੀਟ ਫੂਡ। ਤਾਂ ਤੁਸੀਂ ਜਸਟ ਟੌਫੀਆਂ ਸਮਝੋ ਕਿ ਜਿਵੇਂ ਟੌਫੀਆਂ ਕਾਫੀ ਸਾਰੀਆਂ ਪੈਕਡ ਹੁੰਦੀਆਂ ਨੇ ਨਾ, ਤਾਂ ਇੱਕ ਬੜਾ ਸੋਹਣਾ ਜਿਹਾ ਕਵਰ ਲੱਗਿਆ ਹੁੰਦਾ ਹੈ, ਤਾਂ ਉਦਾਂ ਦਾ ਮੈਨੂੰ ਇਹ ਨਜ਼ਰ ਆਉਂਦਾ ਸੀ, ਕਿਉਂਕਿ ਉਹਨਾਂ ਦੇ ਸ਼ਾਈਨੀ ਫਲੈਕਸੀਬਲ ਕਵਰ ਹੁੰਦੇ ਸੀ, ਬਿਲਕੁਲ ਜਿਵੇਂ ਸਵੀਟ ਮੀਟਸ ਪੈਕ ਹੋ ਕੇ ਆਉਂਦੀਆਂ ਨੇ ਗਿਫਟ ਪੈਕ ਦੇ ਵਿੱਚ। ਤਾਂ ਇਸ ਤਰ੍ਹਾਂ ਜਿਹੜੀਆਂ ਬੁੱਕਸ ਵੀ ਉਹਨਾਂ ਦੇ ਕਵਰ ਬੜੇ ਸ਼ਾਈਨੀ ਹੁੰਦੇ ਸੀ, ਸ਼ਾਈਨਾ ਮਾਰਦੇ, ਚਮਕਾ ਮਾਰਦੇ, ਫਲੈਕਸੀਬਲ, ਬੜੇ ਹੀ ਮਤਲਬ ਫਲੈਕਸੀਬਲ ਜੇ ਜਿਹੜੇ ਈਜ਼ੀਲੀ ਮੁੜ ਜਾਂਦੇ ਸੀਗੇ ਕਵਰਸ ਹੁੰਦੇ ਸੀ, ਅਤੇ ਉਹ ਐ ਲੱਗਦਾ ਸੀ ਕਿ ਉਹਨਾਂ ਨੂੰ ਗਲੇਜ਼ ਪੇਪਰ ਦੇ ਵਿੱਚੋਂ ਕੱਟ ਆਊਟ ਕੀਤਾ ਗਿਆ ਹੈ। ਸੀਮ ਟੂ ਮੀ, ਮੈਨੂੰ ਐ ਜਾਪਦੇ ਸੀ ਕਿ ਇਹਨਾਂ ਦੇ ਜਿਹੜੇ ਕਵਰ ਬਣਾਏ ਗਏ ਸੀਗੇ, ਇਹ ਟ੍ਰੈਸ਼ੀ ਬੁੱਕਸ ਜੋ ਗ੍ਰੈਂਡ ਮਦਰ ਲੈ ਕੇ ਆਂਦੀ ਸੀ, ਉਹ ਗਲੇਜ਼ ਪੇਪਰ ਤੋਂ ਬਣਦੀਆਂ ਸੀਗੀਆਂ ਬੁੱਕਸ। ਉਹਨਾਂ ਦੇ ਕਵਰ ਜਿਹੜੇ ਸੀਗੇ ਗਲੇਜ਼ ਪੇਪਰ, ਤੁਸੀਂ ਸਮਝਦੇ ਹੋ ਜਿੱਦਾਂ ਤੁਸੀਂ ਚਾਰਟਸ ਵਗੈਰਾ ਤੇ ਵੀ ਯੂਜ਼ ਕਰਦੇ ਹੋ ਬਣਾਉਣ ਦੇ ਲਈ। ਤੇ ਬੁੱਕਸ ਕਿੱਦਾਂ ਦੀਆਂ ਸੀ? ਬ੍ਰਾਈਟ ਵਾਈਟ, ਆਲਮੋਸਟ ਨਿਊ, ਕਾਫੀ ਬ੍ਰਾਈਟ ਹੁੰਦੀਆਂ, ਚਮਕੀਲੀਆਂ ਹੁੰਦੀਆਂ ਸੀ, ਵਾਈਟ ਪਿਓਰ ਜਿਹੀਆਂ ਹੁੰਦੀਆਂ ਲੱਗਦੀਆਂ ਸੀ, ਜਿਵੇਂ ਵਾਈਟ ਹੁੰਦੀ ਹੈ, ਪਿਓਰ ਵਾਈਟ ਹੁੰਦਾ, ਉਦਾਂ ਦੀਆਂ ਹੁੰਦੀਆਂ ਸੀ। ਆਲਮੋਸਟ ਨਿਊ, ਬਿਲਕੁਲ ਨਵੀਆਂ ਬੁੱਕਸ ਹੁੰਦੀਆਂ ਸੀ। ਦੇ ਸਰਵਡ ਐਜ਼ ਐਨ ਐਕਸਕਿਊਜ਼ ਫॉर ਪੈਟੀ ਮਿਸਟਰੀਜ਼, ਅਤੇ ਮੇਰੇ ਲਈ ਨਾ ਹਮੇਸ਼ਾ ਇਹ ਬੁਝਾਰਤਾਂ ਬਣੀਆਂ ਰਹੀਆਂ। ਇੱਥੇ ਮਿਸਟਰੀਜ਼ ਦਾ ਮਤਲਬ ਹੁੰਦਾ ਬੇਟਾ ਸੀਕ੍ਰੇਟਸ, ਭੇਦ, ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਭੇਦ, ਸੀਕ੍ਰੇਟਸ, ਹੈ ਨਾ। ਤੇ ਪੈਟੀ ਦਾ ਮਤਲਬ ਹੁੰਦਾ ਛੋਟੇ ਜੇ, ਤੁੱਛ ਜੇ, ਮਤਲਬ ਕਿ ਇਹ ਬੁੱਕਸ ਮੇਰੇ ਲਈ ਛੋਟੀਆਂ ਛੋਟੀਆਂ ਮਤਲਬ ਸੀਕ੍ਰੇਟ ਵਰਗੀਆਂ ਰਹੀਆਂ ਇਹ ਬੁੱਕਸ। ਹੁਣ ਤੁਸੀਂ ਇੱਥੇ ਇਸ ਲਾਈਨ ਦੇ ਵਿੱਚ ਥੋੜਾ ਜਿਹਾ ਤੁਲਨਾ ਦੇਖੋ, ਜਿਹੜੀਆਂ ਗ੍ਰੈਂਡਫਾਦਰ ਦੀਆਂ ਬੁੱਕਸ ਸੀਗੀਆਂ, ਤੁਹਾਨੂੰ ਯਾਦ ਹੋਣਾ, ਉਹ ਕਿੱਦਾਂ ਦੀਆਂ ਸੀਗੀਆਂ? ਉਹ ਪੀਲੀਆਂ ਪਈਆਂ ਹੋਈਆਂ, ਡੈਂਪ ਜੀਆਂ, ਗਿੱਲੀਆਂ ਜੀਆਂ, ਤੇ ਉਹਨਾਂ ਦੇ ਪੇਜਿਸ ਵੀ ਫਟੇ ਕਟੇ ਜੇ, ਕੱਲ ਆਪਾਂ ਪੜ੍ਹੇ ਸੀ ਬਲਿਸਟਰਡ ਪੇਜਿਸ, ਹੈ ਨਾ, ਏਦਾਂ ਦੀਆਂ ਬੁੱਕਸ ਸੀਗੀਆਂ ਇਹਦੇ ਦਾਦਾ ਦੀਆਂ। ਲੇਕਿਨ ਇਸ ਦੀਆਂ ਦਾਦੀ ਦੀਆਂ ਬੁੱਕਸ ਕਿਵੇਂ? ਬ੍ਰਾਈਟ ਹੈ, ਵਾਈਟ ਹੈ, ਨਿਊ ਹੈ, ਤੇ ਕਾਫੀ ਚਮਕੀਲੀਆਂ, ਏਦਾਂ ਦੀਆਂ ਬੁੱਕਸ ਪੜ੍ਹਦੀ ਸੀ ਦਾਦੀ, ਮਤਲਬ ਬੜੀਆਂ ਹੀ ਸ਼ੋਈ ਜੀਆਂ ਕਿਤਾਬਾਂ ਪੜ੍ਹਦੀ ਸੀ। ਦਾਦਾ ਉਹੀ ਪੁਰਾਣੀਆਂ ਜੀਆਂ ਕਿਤਾਬਾਂ ਪੜ੍ਹਦਾ ਸੀ, ਦਾਦੀ ਨਵੀਆਂ ਕਿਤਾਬਾਂ ਪੜ੍ਹਦੀ ਸੀ। ਤਾਂ ਦੇਖੋ ਇਹ ਦੋਨੇ ਮਤਲਬ ਅਲੱਗ-ਅਲੱਗ ਸ਼ੌਂਕ ਸੀਗੇ, ਪੜ੍ਹਨ ਦਾ ਸ਼ੌਂਕ ਦੋਨਾਂ ਨੂੰ ਸੀ, ਦਾਦੇ ਨੂੰ ਵੀ ਦਾਦੀ ਨੂੰ ਵੀ। ਲੇਕਿਨ ਦਾਦਾ ਪੜ੍ਹਦਾ ਸੀ ਪੁਰਾਣੀਆਂ ਕਿਤਾਬਾਂ ਜਿਨ੍ਹਾਂ ਦੇ ਪੇਜ ਵੀ ਪੀਲੇ ਪੈ ਗਏ ਤੇ ਫਟਣ ਤੇ ਆਈਆਂ ਹੋਈਆਂ, ਏਦਾਂ ਦੀਆਂ ਕਿਤਾਬਾਂ ਪੜ੍ਹਦਾ ਸੀ। ਦਾਦੀ ਨਵੀਆਂ-ਨਵੀਆਂ ਕਿਤਾਬਾਂ ਲਿਆ ਕੇ ਲਾਇਬ੍ਰੇਰੀ 'ਚ ਮਾਡਰਨ ਕਿਤਾਬਾਂ ਪੜ੍ਹਦੀ ਸੀਗੀ। ਤਾਂ ਇਸ ਤਰ੍ਹਾਂ ਸੀ, ਇਸ ਕਰਕੇ ਮੇਰੇ ਲਈ ਜਿਹੜੀ ਦਾਦੀ ਦੀਆਂ ਕਿਤਾਬਾਂ ਸੀ ਇੱਕ ਪੈਟੀ ਮਿਸਟਰੀਜ਼ ਵਰਗੀਆਂ ਸੀਗੀਆਂ, ਕਿਉਂਕਿ ਮੈਨੂੰ ਪੜ੍ਹਨਾ ਲਿਖਣਾ ਤਾਂ ਉਦੋਂ ਆਉਂਦਾ ਨਹੀਂ ਸੀ ਰਾਈਟਰ ਨੂੰ, ਤਾਂ ਉਹਦੇ ਲਈ ਇਹ ਮਿਸਟਰੀ ਬਣੀਆਂ ਰਹਿੰਦੀਆਂ ਸੀ। ਈਚ ਫਰਾਈਡੇ ਮਾਈ ਗ੍ਰੈਂਡਮਦਰ ਵੁੱਡ ਗੈਟ ਡਰੈਸ ਟੂ ਗੋ ਆਊਟ ਐਂਡ ਸੇ, ਹਰ ਸ਼ੁੱਕਰਵਾਰ ਮੇਰੀ ਗ੍ਰੈਂਡਮਦਰ, ਮੇਰੀ ਦਾਦੀ ਮਾਂ ਕੱਪੜੇ ਪਾਉਂਦੀ, ਗੈਟ ਡਰੈਸਡ, ਬਾਹਰ ਜਾਣ ਲਈ, ਅਤੇ ਉਹ ਕਹਿੰਦੀ ਆਈ ਐਮ ਗੋਇੰਗ ਟੂ ਟੇਕ ਦਮ ਬੈਕ, ਕਹਿੰਦੇ ਮੈਂ ਇਹਨਾਂ ਨੂੰ ਵਾਪਸ ਲੈਣ ਜਾ ਰਹੀ ਹਾਂ। ਟੂ ਟੇਕ ਦਮ ਬੈਕ, ਮੈਂ ਮਤਲਬ ਬੁੱਕਸ ਨੂੰ ਵਾਪਸ ਲੈਣ ਜਾ ਰਹੀ ਹਾਂ। ਵੈਨ ਸ਼ੀ ਰਿਟਰਨ, ਜਦੋਂ ਵਾਪਸ ਆਂਦੀ, ਸ਼ੀ ਹੈਡ ਟੇਕਨ ਆਫ ਹਰ ਬਲੈਕ ਹੈਟ ਐਂਡ ਹਰ ਵੀਲ, ਤਾਂ ਉਹ ਆਪਣਾ ਆ ਕੇ ਜਦੋਂ ਘਰ ਵਾਪਸ ਆ ਜਾਂਦੀ, ਲਾਇਬ੍ਰੇਰੀ ਤੋਂ ਮੁੜ ਆਂਦੀ, ਤਾਂ ਉਹ ਆਪਣਾ ਬਲੈਕ ਹੈਟ, ਜੋ ਕਾਲੀ ਟੋਪੀ ਪਾ ਕੇ ਜਾਂਦੀ ਹੁੰਦੀ ਸੀ, ਅਤੇ ਆਪਣਾ ਵੀਲ ਇੱਕ ਤਰ੍ਹਾਂ ਦਾ ਬੇਟਾ ਕਵਰ ਹੁੰਦਾ ਹੈ ਜੋ ਚਿਹਰੇ ਦੇ ਅੱਗੇ ਅੰਗਰੇਜ਼ ਲੋਕ ਪਾਉਂਦੇ ਆ, ਥੋੜਾ ਜਿਹਾ ਉਹ ਮਤਲਬ ਉਹ ਜਾਲੀ ਟਾਈਪ ਜਿਹਾ ਹੁੰਦਾ, ਤੁਸੀਂ ਸ਼ਾਇਦ ਫਿਲਮਾਂ 'ਚ ਵੀ ਦੇਖਿਆ ਹੋਏਗਾ। ਤਾਂ ਉਹ ਵੀਲ ਬਲੈਕ ਹੈਟ ਦੇ ਨਾਲ ਬਹੁਤ ਅੰਗਰੇਜ਼ਨਾਂ ਪਾਉਂਦੀਆਂ ਨੇ। ਤਾਂ ਇਹ ਦੋਨੇ ਚੀਜ਼ਾਂ ਉਤਾਰਦੀ, ਟੇਕਨ ਆਫ ਇੱਥੇ ਲਿਖਿਆ ਨਾ, ਟੇਕ ਆਫ ਦਾ ਮਤਲਬ ਕੋਈ ਚੀਜ਼ ਆਪਣੇ ਬੋਡੀ ਤੋਂ ਉਤਾਰਨਾ, ਤਾਂ ਉਹ ਆਪਣਾ ਬਲੈਕ ਹੈਟ ਅਤੇ ਵੀਲ ਜਿਹੜਾ ਕਵਰ ਹੁੰਦਾ ਉਹ ਆਪਣੇ ਚਿਹਰੇ ਤੋਂ ਉਤਾਰਦੀ। ਸ਼ੀ ਵੁੱਡ ਟੇਕ them out if her ਇੱਥੇ she would take them out of, ਇੱਥੇ off ਆਣਾ ਚਾਹੀਦਾ ਬੇਟਾ, if ਨਹੀਂ ਆਣਾ ਚਾਹੀਦਾ ਮੇਰੇ ਹਿਸਾਬ ਨਾਲ। she would take them out of her muff and I would wonder mystified are they the same ones, ਤਾਂ ਫਿਰ ਉਹ ਕੀ ਕਰਦੀ, ਇੱਥੇ them ਦਾ ਮਤਲਬ ਕੀ ਹੈ ਨਾ, ਬੁੱਕਸ ਨੂੰ ਹੀ ਕਿਹਾ ਗਿਆ, ਕਹਿੰਦੇ ਫਿਰ ਉਹ ਬੁੱਕਸ ਆਪਣੀਆਂ ਮਫ ਦੇ ਵਿੱਚੋਂ ਕੱਢਦੀ ਨਾ। ਇੱਥੇ ਇੱਕ ਵਰਡ ਆਇਆ ਮਫ ਦਾ ਮਤਲਬ ਕੀ ਹੁੰਦਾ ਬੇਟਾ? ਮਫ ਇੱਕ ਤਰ੍ਹਾਂ ਦਾ ਨਾ ਗਲਵ ਹੀ ਹੁੰਦਾ ਹੈ, ਹੈਂਡਸ ਤੇ ਪਾਇਆ ਜਾਂਦਾ ਹੈ, ਲੇਕਿਨ ਇਹ ਫਰ ਵਾਲਾ ਹੁੰਦਾ, ਇਹ ਫਰ ਵਾਲਾ ਗਲਵ ਹੁੰਦਾ ਹੈ, ਕਾਫੀ ਜ਼ਿਆਦਾ ਫਰ ਲੱਗੀ ਹੁੰਦੀ ਹੈ। ਆਮ ਤੌਰ ਤੇ ਜਿਹੜੀਆਂ ਜ਼ਿਆਦਾ ਕੋਲਡ ਕੰਟਰੀਜ਼ ਹੈ ਨਾ, ਜਿੱਥੇ ਜ਼ਿਆਦਾ ਠੰਡੇ ਦੇਸ਼ ਹੈ, ਤਾਂ ਆਪਣੇ ਹੱਥਾਂ ਦੇ ਉੱਪਰ ਇਹ ਜਿਹੜੀਆਂ ਅੰਗਰੇਜ਼ ਲੋਕ ਹੈ ਪਾ ਕੇ ਰੱਖਦੇ ਆ, ਕਾਫੀ ਜ਼ਿਆਦਾ ਫਲਫੀ ਜਿਹਾ ਹੁੰਦਾ ਇਹ ਮਫ, ਇੱਕ ਤਰ੍ਹਾਂ ਦਾ ਗਲਵ ਹੈ, ਦਸਤਾਨਾ ਜੋ ਹੱਥਾਂ ਤੇ ਪਾਇਆ ਜਾਂਦਾ ਹੈ। ਇਹ ਦਸਤਾਨੇ ਦੇ ਵਿੱਚੋਂ ਆਪਣੀਆਂ ਬੁੱਕਸ ਕੱਢਦੀ, ਲਿਖਿਆ ਨਾ them ਟੇਕ ਆਊਟ ਆਫ ਹਰ ਮਫ, ਉਹ ਮਫ ਦੇ ਵਿੱਚੋਂ ਆਪਣੀਆਂ ਇਹ ਬੁੱਕਸ ਕੱਢਦੀ, ਅਤੇ ਮੈਂ ਫਿਰ ਹੈਰਾਨ ਹੁੰਦਾ। ਮਿਸਟੀਫਾਈਡ ਦਾ ਮਤਲਬ ਹੁੰਦਾ ਬੇਟਾ ਪਜ਼ਲਡ ਹੋਣਾ, ਜਦੋਂ ਬੌਂਦਲ ਜੇ ਜਾਂਦਾ ਬੰਦਾ, ਸੁੱਝਦਾ ਨਹੀਂ, ਉਹਨੂੰ ਕੋਈ ਪਤਾ ਜਿਹਾ ਨਹੀਂ ਲੱਗਦਾ, ਉਹਨੂੰ ਆਪਾਂ ਕਹਿੰਦੇ ਆ ਪਜ਼ਲਡ, ਮਿਸਟੀਫਾਈਡ। ਤੇ ਫਿਰ ਉਹ ਸੋਚਦਾ ਕਿ ਇਹ ਕੀ ਉਹੀ ਕਿਤਾਬਾਂ ਨੇ ਜਿਹੜੀ ਦਾਦੀ ਲੈ ਕੇ ਗਈ ਸੀ ਮਾਡਰਨ, ਮਤਲਬ ਉਹਨੂੰ ਐ ਲੱਗਦਾ ਸੀ ਕਿ ਸ਼ਾਇਦ ਦਾਦੀ ਦੁਬਾਰਾ ਕਿਤਾਬਾਂ ਵਾਪਸ ਉਹੀ ਲੈ ਆਈ, ਕਿਉਂਕਿ 2 ਕਿਤਾਬਾਂ ਹੀ ਲੈ ਕੇ ਆਂਦੀ ਸੀਗੀ, ਉਹ ਲਾਇਬ੍ਰੇਰੀ 'ਚ ਜਾਂਦੀ ਸੀ, ਪੜ੍ਹ ਕੇ ਵਾਪਸ ਕਰ ਆਂਦੀ,
ਤੇ ਵਾਪਸ ਲੈ ਆਂਦੀ ਜਾਂ ਕਈ ਵਾਰੀ ਰੀਨਿਊ ਕਰਵਾ ਲੈਂਦੀ, ਜਿਵੇਂ ਤੁਸੀਂ ਕਰਵਾ ਲੈਂਦੇ ਹੋ। ਤਾਂ ਇਸ ਪੂਰੇ ਪੈਰੇ ਦੇ ਵਿੱਚ ਬੇਟਾ ਇਹ ਦੱਸਿਆ ਹੋਇਆ ਕਿ ਉਸਦੀ ਗ੍ਰੈਂਡ ਮਦਰ ਜਿਹੜੀ ਉਹ ਵੀ ਕਿਤਾਬਾਂ ਦੀ ਸ਼ੌਕੀਨ ਸੀ, ਲੇਕਿਨ ਉਸਦੀ ਜਿਹੜੀ ਹੌਬੀ ਸੀ ਕਿਤਾਬਾਂ ਪੜ੍ਹਨ ਦੀ, ਉਹ ਗ੍ਰੈਂਡਫਾਦਰ ਨਾਲੋਂ ਡਿਫਰੈਂਟ ਸੀ। ਉਹ ਹੋਰ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦੀ ਸੀ। ਆਪਾਂ ਨੂੰ ਇਹ ਵੀ ਪਤਾ ਹੈ ਕਿ ਗ੍ਰੈਂਡਫਾਦਰ ਥੋੜਾ ਕਲਚਰਲ ਕਿਤਾਬਾਂ ਪੜ੍ਹਦਾ ਸੀਗਾ, ਥੋੜੀ ਜੀਆਂ ਜਾਣਕਾਰੀ ਦੇਣ ਵਾਲੀਆਂ ਇਹ ਜਿਹੀਆਂ, ਲੇਕਿਨ ਗ੍ਰੈਂਡ ਮਦਰ ਥੋੜੀ ਹੋਰ ਤਰ੍ਹਾਂ ਦੀ ਲੇਡੀ ਹੈ। ਆਪਾਂ ਨੂੰ ਪਤਾ ਲੱਗੂਗਾ ਕਿ ਹੋਰ ਤਰ੍ਹਾਂ ਦੀਆਂ ਬੁੱਕਸ ਇਹ ਪ੍ਰੈਫਰ ਕਰਦੀ ਸੀਗੀ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਇੰਗਲਿਸ਼ ਇਲੈਕਟਿਵ +2 ਕਲਾਸ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਨੇ। ਅਪ੍ਰੈਲ ਐਂਡ ਮਈ ਦੇ ਸਿਲੇਬਸ ਦੇ ਵਿੱਚ ਤੁਹਾਡੀ ਪਹਿਲੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਸ ਦੇ ਵਿੱਚ ਸ਼ਾਮਿਲ ਪਹਿਲਾ ਚੈਪਟਰ ਵਾਰੀਅਰ ਅਗੇਂਸਟ ਵੀਡਸ, ਸੈਕੰਡ ਚੈਪਟਰ ਅ ਮੋਸਟ ਫॉरगिविंग ਏਪ, ਥਰਡ ਚੈਪਟਰ ਅ ਯੰਗ ਟਰਕਿਸ਼ ਕੈਟਾਸਟ੍ਰਫੀ। ਇਹ ਸਾਰੇ ਚੈਪਟਰਸ ਦੀ ਮੈਂ ਕੰਪਰੀਹੈਂਸਿਵ ਐਕਸਪਲੇਨੇਸ਼ਨ ਦੇ ਨਾਲ ਇਹਨਾਂ ਚੈਪਟਰਸ ਦੇ ਕੁਐਸਚਨ ਆਨਸਰਸ ਨੂੰ ਵੀ ਡਿਸਕਸ ਕੀਤਾ ਹੈ ਤੇ ਵੋਕੈਬਲਰੀ ਵਿਦ ਸੋਲੂਸ਼ਨਸ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ। ਇਸੇ ਤਰ੍ਹਾਂ ਤੁਹਾਡੀ ਦੂਸਰੀ ਬੁੱਕ ਦਾ ਲਿਟਰੇਰੀ ਪੈਟਰਨਸ ਦੇ ਚੈਪਟਰਸ, ਪਹਿਲਾ ਚੈਪਟਰ ਜਿਵੇਂ ਕਿ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, ਅਤੇ ਫੋਰਥ ਚੈਪਟਰ ਦਾ ਗੈਂਬਲਿੰਗ ਮੈਚ, ਇਹਨਾਂ ਦੇ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਦੇ ਵੀਡੀਓਜ਼ ਅਤੇ ਇਹਨਾਂ ਦੇ ਕੁਐਸਚਨ ਆਨਸਰਸ ਦੇ ਵੀਡੀਓਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਕਰਦਾ ਹਾਂ ਕਿ ਤੁਸੀਂ ਇਹ ਸਾਰੇ ਵੀਡੀਓਜ਼ ਦੇਖੇ ਹੋਣਗੇ। ਜੇਕਰ ਤੁਹਾਡੇ ਵੀਡੀਓਜ਼ ਇਹ ਮਿਸ ਹੋਏ ਨੇ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਲਿੰਕ ਤੇ ਜਾ ਕੇ ਤੁਹਾਨੂੰ ਇਹਨਾਂ ਚੈਪਟਰਸ ਦੇ ਨਾਲ ਰਿਲੇਟਡ ਮੇਰੇ ਬਣਾਏ ਹੋਏ ਸਾਰੇ ਵੀਡੀਓਜ਼ ਮਿਲ ਜਾਣਗੇ। ਨੈਕਸਟ ਹੈ ਜੀ 9th ਪੁਆਇੰਟ ਹੈ, ਸ਼ੀ ਯੂਜ਼ਡ ਟੂ ਕਵਰ them carefully and then having chosen on one she would settle herself by the window in her winged armchair, put on her spectacles, sigh with pleasure and weariness and lower her eyelids with a delicately voluptuous smile which I have since discovered on the lips of Mona Lisa। ਥੋੜੀ ਵੱਡੀ ਲਾਈਨ ਹੈ, ਸਮਝੋ। ਕਹਿੰਦੇ ਫਿਰ ਉਹ ਕੀ ਕਰਦੀ ਸੀ, ਫਿਰ ਨਾ ਉਹਨਾਂ ਨੂੰ ਕਵਰ ਕਰਦੀ, ਬੜੇ ਧਿਆਨ ਨਾਲ ਜਿਹੜੀਆਂ ਬੁੱਕਸ ਉਹ ਲੈ ਕੇ ਆਂਦੀ ਉਹਨਾਂ ਨੂੰ ਉਹ ਕਵਰ ਕਰਦੀ। ਸ਼ੀ ਯੂਜ਼ ਟੂ ਕਵਰ them, ਕਵਰ ਕਰਕੇ ਰੱਖਦੀ ਸੀਗੀ, ਵੈਸੇ ਉਹ ਕੇਅਰ ਰੱਖਦੀ ਸੀਗੀ ਕਿਤਾਬਾਂ ਦੀ। ਅਤੇ ਫਿਰ ਜਿਹੜੀ ਉਸਨੇ ਚੁਣ ਲਈ ਹੁੰਦੀ ਸੀ ਕਿਤਾਬ ਚੋਜ਼ਨ ਵਨ, ਜੋ ਮਤਲਬ ਕਿ ਦੋਨਾਂ ਕਿਤਾਬਾਂ ਦੇ ਵਿੱਚੋਂ ਜਿਹੜੀ ਉਹਨੇ ਕਿਤਾਬ ਪੜ੍ਹਨੀ ਹੁੰਦੀ, ਉਹ ਲੈ ਕੇ she would settle herself by the window, ਵਿੰਡੋ ਕੋਲ ਬੈਠ ਜਾਂਦੀ। ਸੈਟਲ ਮਤਲਬ ਉੱਥੇ ਬੈਠ ਜਾਂਦੀ, ਵਿੰਡੋ ਦੇ ਕੋਲੇ ਦਾਦੀ ਮਾਂ ਬੈਠ ਜਾਂਦੀ। in her winged armchair, ਇੱਥੇ ਬੇਟਾ ਇੱਕ ਸ਼ਬਦ ਹੈ ਵਿੰਡ, ਇੱਥੇ ਜਿਹੜੀ ਜੀ ਹੁੰਦੀ ਹੈ ਨਾ, ਇਸ ਨੂੰ ਸਾਇਲੈਂਟ ਰੱਖਿਆ ਜਾਂਦਾ, ਇਹਨੂੰ ਵਿੰਡਸ ਨਹੀਂ ਕਿਹਾ ਜਾਂਦਾ, ਇਹਨੂੰ ਵਿੰਡ ਕਿਹਾ ਜਾਂਦਾ। ਤਾਂ ਵਿੰਡ ਆਰਮਚੇਅਰ ਕੀ ਹੁੰਦੀ ਹੈ ਕਿ ਬਾਜੂ ਵਾਲੀ ਜਿਹੜੀ ਕੁਰਸੀ ਹੁੰਦੀ ਹੈ ਨਾ, ਜਿਹਦੇ ਬਾਜੂ ਲੱਗੇ ਹੁੰਦੇ ਦੋਨੇ ਪਾਸੇ, ਉਹਨੂੰ ਆਪਾਂ ਕਹਿੰਦੇ ਆ ਵਿੰਡ ਆਰਮਚੇਅਰ। ਤਾਂ ਉਹ ਇਸ ਤਰ੍ਹਾਂ ਦੀ ਇੱਕ ਕੁਰਸੀ ਦੇ ਉੱਪਰ ਬੈਠ ਜਾਂਦੀ। ਫਿਰ ਆਪਣੀਆਂ ਉਹ ਐਨਕਾਂ ਲਾ ਲੈਂਦੀ, ਸਪੈਕਟੀਕਲਸ ਗਲਾਸਿਸ ਨੂੰ ਕਿਹਾ ਜਾਂਦਾ ਹੈ। ਜਿਹੜੀਆਂ ਗਲਾਸਿਸ ਇੱਕ ਤਾਂ ਹੁੰਦੇ ਗੋਗਲਸ ਨਹੀਂ, ਗੋਗਲਸ ਆਪਾਂ ਧੁੱਪ ਤੋਂ ਲਾਉਂਦੇ ਆ ਨਾ, ਲੇਕਿਨ ਸਪੈਕਟੀਕਲਸ ਤੇ ਗਲਾਸਿਸ ਦਾ ਫਰਕ ਹੈ, ਇਹ ਚਸ਼ਮਿਆਂ ਨੂੰ ਕਿਹਾ ਜਾਂਦਾ। ਤਾਂ ਚਸ਼ਮੇ ਉਹ ਆਪਣੇ ਪਾ ਲੈਂਦੀ ਕਿਉਂਕਿ ਉਹਨੇ ਕਿਤਾਬ ਪੜ੍ਹਨੀ ਹੁੰਦੀ ਸੀ। ਸਾਈ ਵਿਦ ਪਲੇਜ਼ਰ ਐਂਡ ਵੀਅਰੀਨੈਸ, ਫਿਰ ਉਹ ਥੋੜਾ ਜਿਹਾ ਹੋਕਾ ਜਿਹਾ ਭਰਦੀ ਕਿਤਾਬ ਪੜ੍ਹਨ ਲੱਗੇ, ਪਲੇਜ਼ਰ ਦੇ ਮਤਲਬ ਕਿ ਥੋੜਾ ਜਿਹਾ ਖੁਸ਼ੀ ਦੇ ਨਾਲ, ਅਤੇ ਜਿਵੇਂ ਕੋਈ ਵੀਅਰੀਨੈਸ ਦਾ ਮਤਲਬ ਹੁੰਦਾ ਥਕਾਵਟ, ਹੈ ਨਾ, ਥੋੜੀ ਜਿਹੀ ਜਿਵੇਂ ਬੰਦਾ ਥੱਕਿਆ ਜਾ ਹੁੰਦਾ, ਫਿਰ ਉਹ ਪੜ੍ਹਨਾ ਚਾਹੁੰਦਾ ਹੈ, ਰੈਸਟ ਕਰਨਾ ਚਾਹੁੰਦਾ ਹੈ, ਰਿਲੈਕਸ ਹੋਣਾ ਚਾਹੁੰਦਾ, ਤਾਂ ਇਸ ਤਰ੍ਹਾਂ ਦਾ ਹੋਕਾ ਜਿਹਾ ਭਰਦੀ। ਅਤੇ ਫਿਰ ਉਹ ਆਪਣੀਆਂ ਲੋਅਰ ਹਰ ਆਈਲਿਡਸ ਅੱਖਾਂ ਦੀ ਜਿਹੜੀਆਂ ਪਲਕਾਂ ਨੇ ਉਹਨਾਂ ਨੂੰ ਕਿਹਾ ਜਾਂਦਾ। ਤਾਂ ਉਹ ਆਪਣੀਆਂ ਪਲਕਾਂ ਥੋੜੀ ਜਿਹੀਆਂ ਨੀਵੀਆਂ ਕਰਦੀ, ਆਈਲਿਡਸ ਦਾ ਮਤਲਬ ਪਲਕਾਂ, ਅਤੇ ਫਿਰ ਉਸਦੇ ਚਿਹਰੇ ਤੇ ਇੱਕ ਨਾਜ਼ੁਕ ਜੀ ਡੈਲੀਕੇਟਲੀ ਦਾ ਮਤਲਬ ਹੁੰਦਾ ਨਾਜ਼ੁਕ ਜੀ ਵੋਲਪਚੁਅਸ ਸਮਾਈਲ ਆਂਦੀ। ਬੇਟਾ ਸਮਾਈਲ ਦੇਖੋ, ਸਭ ਨੂੰ ਪਤਾ ਹੈ ਕਿ ਜਦੋਂ ਆਪਾਂ ਕਿਸੇ ਨੂੰ ਦੇਖ ਕੇ ਥੋੜਾ ਜਿਹਾ ਆਪਣੇ ਚਿਹਰੇ ਤੇ ਸਮਾਈਲ ਲੈ ਕੇ ਆਉਂਦੇ ਆ, ਉਹ ਸਮਾਈਲ ਸਭ ਨੂੰ ਪਤਾ ਹੈ। ਇੱਥੇ ਲਿਖਿਆ ਹੋ ਗਿਆ ਵੋਲਪਚੁਅਸ ਸਮਾਈਲ ਦਾ ਮਤਲਬ ਹੁੰਦਾ ਨਾ ਕਿ ਜਦੋਂ ਸਪੋਜ਼ ਕਰੋ ਤੁਸੀਂ ਇੱਕ ਅਲੱਗ ਜਿਹੇ ਢੰਗ ਜਿਹਦੇ ਨਾਲ ਸਮਾਈਲ ਕਰਦੇ ਹੋ, ਜਿਹਦਾ ਤੁਹਾਨੂੰ ਹੀ ਪਤਾ ਹੁੰਦਾ, ਤੁਸੀਂ ਆਪਣੇ ਆਪ 'ਚ ਹੀ ਖੁਸ਼ ਹੁੰਦੇ ਹੋ, ਤਾਂ ਕਿਸੇ ਚੀਜ਼ ਨੂੰ ਦੇਖ ਕੇ ਤਾਂ ਉਹਨੂੰ ਆਪਾਂ ਵੋਲਪਚੁਅਸ ਸਮਾਈਲ ਕਹਿੰਦੇ ਆ। ਤੇ ਫਿਰ ਉਹ ਵੋਲਪਚੁਅਸ ਸਮਾਈਲ ਦੇਖ ਕੇ ਮੈਨੂੰ ਐਂ ਲੱਗਦਾ ਕਿ ਮੈਨੇ ਉਦਾਂ ਦੀ ਸਮਾਈਲ ਸਿਰਫ ਮੋਨਾ ਲੀਜ਼ਾ ਦੇ ਲਿਪਸ ਤੇ ਦੇਖੀ ਹੈ। I have since discovered ਮਤਲਬ ਮੈਨੇ ਉਹ ਜੀ ਸਮਾਈਲ ਜੋ ਆਪਣੀ ਦਾਦੀ ਮਾਂ ਦੇ ਚਿਹਰੇ ਤੇ ਮੈਂ ਦੇਖਦਾ ਹੁੰਦਾ ਸੀ ਜਦੋਂ ਉਹ ਕਿਤਾਬਾਂ ਪੜ੍ਹਦੀ ਸੀ, ਤਾਂ ਉਹ ਜੀ ਸਮਾਈਲ ਮੈਨੇ ਹੋਰ ਕਿੱਥੇ ਦੇਖੀ ਹੈ, ਮੋਨਾ ਲੀਜ਼ਾ ਦੇ ਲਿਪਸ ਤੇ। ਹੁਣ ਤੁਹਾਨੂੰ ਪਤਾ ਹੋਣਾ ਕਿ ਮੋਨਾ ਲੀਜ਼ਾ ਕੌਣ ਹੈ। ਤਾਂ ਮੋਨਾ ਲੀਜ਼ਾ ਬੇਟਾ ਤੁਹਾਡੇ ਇੱਥੇ ਵੋਕੈਬਲਰੀ 'ਚ ਨੋਟਸ ਦੇ ਵਿੱਚ ਵੀ ਆਪਾਂ ਦੇਖ ਲੈਂਦੇ ਹਾਂ। ਮੋਨਾ ਲੀਜ਼ਾ ਹੈ ਜੀ ਅ ਫੇਮਸ ਪੇਂਟਿੰਗ ਬਾਏ ਲਿਓਨਾਰਡੋ ਦਾ ਵਿੰਸੀ ਆਫ ਅ ਵੂਮਨ ਵਿਦ ਐਨ ਐਨਿਗਮੈਟਿਕ ਸਮਾਈਲ। ਤਾਂ ਇੱਕ ਬਹੁਤ ਹੀ ਵਧੀਆ ਪੇਂਟਰ ਹੋਏ ਨੇ ਜੀ ਸਾਡੇ ਇਟਲੀ ਦੇ ਪੇਂਟਰ ਨੇ ਲਿਓਨਾਰਡੋ ਦਾ ਵਿੰਸੀ। ਤਾਂ ਉਹਨਾਂ ਨੇ ਇੱਕ ਬਹੁਤ ਅੱਛੀ ਪੇਂਟਿੰਗ ਬਣਾਈ ਹੈ। ਉਸ ਪੇਂਟਿੰਗ ਦੇ ਵਿੱਚ ਜਿਹੜੀ ਇੱਕ ਔਰਤ ਹੈ ਉਸਦਾ ਨਾਮ ਹੈ ਜੀ ਮੋਨਾਲੀਸਾ। ਤਾਂ ਮੋਨਾਲੀਸਾ ਦੀ ਪੇਂਟਿੰਗ ਉਹਨਾਂ ਨੇ ਬਣਾਈ ਹੈ। ਤਾਂ ਮੋਨਾਲੀਸਾ ਦੇ ਚਿਹਰੇ ਤੇ ਜਿਹੜੀ ਸਮਾਈਲ ਹੈ
ਉਹਨੂੰ ਨਾ ਐਨਿਗਮੈਟਿਕ ਸਮਾਈਲ ਕਿਹਾ ਜਾਂਦਾ ਨਾ। ਐਨਿਗਮੈਟਿਕ ਸਮਾਈਲ ਦਾ ਮਤਲਬ ਹੁੰਦਾ ਭੇਦ ਭਰੀ, ਐਨਿਗਮੈਟਿਕ ਦਾ ਮਤਲਬ ਹੁੰਦਾ ਭੇਦ ਭਰੀ। ਹੁਣ ਉਹ ਹੱਸਤਾ ਰਹੀ ਹੈ ਲੜਕੀ, ਸਮਾਈਲ ਹੈ ਉਹਦੇ ਚਿਹਰੇ ਤੇ, ਲੇਕਿਨ ਉਹ ਸਮਾਈਲ ਕਿੱਦਾਂ ਦੀ ਸਮਾਈਲ ਹੈ ਇਹ ਸਿਰਫ ਮੋਨਾਲੀਜ਼ਾ ਨੂੰ ਹੀ ਪਤਾ ਹੈ ਕਿ ਉਹ ਭੇਦ ਕੀ ਹੈ। ਇਹ ਹਰ ਕੋਈ ਨਹੀਂ ਸਮਝ ਸਕਦਾ। ਹਰ ਬੰਦਾ ਉਹ ਮੋਨਾਲੀਜ਼ਾ ਦੀ ਪੇਂਟਿੰਗ ਦੇਖਦਾ ਹੈ, ਲੇਕਿਨ ਉਹ ਸਮਝ ਨਹੀਂ ਪਾਉਂਦਾ ਕਿ ਮੋਨਾਲੀਜ਼ਾ ਦੇ ਚਿਹਰੇ ਤੇ ਇਹ ਜਿਹੜੀ ਸਮਾਈਲ ਹੈ ਇਹ ਕਿਉਂ ਹੈ, ਐਨਿਗਮੈਟਿਕ ਸਮਾਈਲ ਹੈ। ਤਰ੍ਹਾਂ ਤਰ੍ਹਾਂ ਦੇ ਲੋਕਾਂ ਨੇ ਆਪਣੀਆਂ ਆਪਣੀਆਂ ਥਿਊਰੀਆਂ ਦਿੱਤੀਆਂ। ਮੋਨਾਲੀਜ਼ਾ ਦੀ ਪੇਂਟਿੰਗ ਬਹੁਤ ਜ਼ਿਆਦਾ ਮਸ਼ਹੂਰ ਹੈ, ਤੁਸੀਂ ਆਪਣੇ ਦੇਖ ਸਕਦੇ ਹੋ, ਇੰਟਰਨੈਟ ਤੇ ਪਈਆਂ ਨੇ। ਲੇਕਿਨ ਉਹਦੀ ਜਿਹੜੀ ਸਮਾਈਲ ਹੈ ਇਹਦੇ ਚ ਕੀ ਭੇਦ ਹੈ ਪਤਾ ਕਿਸੇ ਨੂੰ ਨਹੀਂ। ਸੇਮ ਇਸੇ ਤਰ੍ਹਾਂ ਜਿਹੜੀ ਉਹਦੀ ਦਾਦੀ ਮਾਂ ਹੈ ਜਦੋਂ ਬੁੱਕਸ ਪੜ੍ਹਦੀ ਹੁੰਦੀ ਹੈ ਤਾਂ ਉਦਾਂ ਦੀ ਸਮਾਈਲ ਉਹਦੇ ਚਿਹਰੇ ਤੇ ਵੀ ਆਉਂਦੀ ਹੈ, ਲੇਕਿਨ ਉਹਦਾ ਮਤਲਬ ਸਿਰਫ ਉਹਦੀ ਦਾਦੀ ਮਾਂ ਨੂੰ ਹੀ ਪਤਾ ਹੈ ਵੀ ਉਹ ਕੀ ਸੋਚ ਕੇ ਸਮਾਈਲ ਕਰ ਰਹੀ ਹੈ, ਕਿੱਦਾਂ ਦੀਆਂ ਕਿਤਾਬਾਂ ਪੜ੍ਹ ਕੇ ਉਹ ਸਮਾਈਲ ਕਰ ਰਹੀ ਹੈ, ਇਹ ਉਹਨੂੰ ਹੀ ਪਤਾ ਹੈ। ਮਾਈ ਮਦਰ ਵੁੱਡ ਫਾਲ ਸਾਇਲੈਂਟ ਇਨਵਾਈਟਿੰਗ ਮੀ ਟੂ ਕੀਪ ਕੁਆਇਟ। ਤਾਂ ਮੇਰੀ ਮਦਰ ਚੁੱਪ ਹੋ ਜਾਂਦੀ ਪੜ੍ਹਦੀ ਪੜ੍ਹਦੀ, ਅਤੇ ਫਿਰ ਉਹ ਮੈਨੂੰ ਵੀ ਕਹਿੰਦੀ ਕਿ ਤੂੰ ਚੁੱਪ ਰਹਿ, ਕੀਪ ਕੁਆਇਟ, ਇਨਵਾਈਟਿੰਗ ਮੀ ਟੂ ਕੀਪ ਕੁਆਇਟ, ਐਂਡ ਆਈ ਵੁੱਡ ਥਿੰਕ ਅਬਾਊਟ ਮਾਸ, ਡੈਥ ਔਰ ਸਲੀਪ। ਅਤੇ ਫਿਰ ਜਦੋਂ ਮੈਨੂੰ ਕਹਿੰਦੀ ਚੁੱਪ ਕਰਨ ਲਈ ਤਾਂ ਫਿਰ ਮੈਨੂੰ ਯਾਦ ਆਉਂਦਾ ਕਿ ਸ਼ਾਇਦ ਕੋਈ ਮਾਸ ਦੀ ਗੱਲ ਹੈ ਜਾਂ ਡੈਥ ਦੀ ਗੱਲ ਹੈ ਜਾਂ ਸਲੀਪ ਦੀ ਗੱਲ ਹੈ, ਕਿਉਂਕਿ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਚੁੱਪ ਰਹਿੰਦੀ ਹੈ ਨਾ। ਉੱਥੇ ਮਾਸ ਦਾ ਮਤਲਬ ਕੀ ਹੈ, ਦੇਖੋ ਐਮ ਵੱਡਾ ਹੈ। ਮਾਸ ਦਾ ਮਤਲਬ ਹੁੰਦਾ ਬੇਟਾ ਇੱਕ ਨਾ ਚਰਚ ਦੇ ਵਿੱਚ ਪ੍ਰੇਅਰ ਹੁੰਦੀ ਹੈ, ਸਾਰੇ ਲੋਕ ਕਰਦੇ ਆ ਕੇ ਚਰਚ ਦੇ ਵਿੱਚ, ਉਹਨੂੰ ਮਾਸ ਕਹਿੰਦੇ ਆ। ਤਾਂ ਉਦੋਂ ਫਿਰ ਪੂਰੀ ਸ਼ਾਂਤੀ ਰਹਿੰਦੀ ਹੈ, ਕੋਈ ਨਹੀਂ ਬੋਲਦਾ ਉਸ ਪ੍ਰੇਅਰ ਦੇ ਵਿੱਚ। ਜਾਂ ਫਿਰ ਕਿਸੇ ਬੰਦੇ ਦੀ ਮੰਨ ਲਓ ਡੈਥ ਹੋ ਜੇ ਤਾਂ ਉਦੋਂ ਵੀ ਸਾਰੇ ਬੰਦੇ ਚੁੱਪ ਰਹਿੰਦੇ ਆ, ਜਾਂ ਫਿਰ ਕੋਈ ਬੰਦਾ ਸੋਇਆ ਹੋਵੇ ਤਾਂ ਉਦੋਂ ਵੀ ਚੁੱਪਚਾਪ ਹੁੰਦੀ ਹੈ। ਤਾਂ ਮੈਨੂੰ ਇਹ ਤਿੰਨ ਚੀਜ਼ਾਂ ਦਾ ਪਤਾ ਚੱਲਦਾ ਹੈ ਜਦੋਂ ਮੇਰੀ ਮਾਂ ਕਹਿੰਦੀ ਚੁੱਪ ਹੋ ਜਾ, ਹੁਣ ਗੱਲ ਨਾ ਕਰੀ, ਤਾਂ ਮੈਨੂੰ ਇਹ ਤਿੰਨ ਗੱਲਾਂ ਯਾਦ ਆਉਂਦੀਆਂ ਕਿ ਸ਼ਾਇਦ ਮੈਂ ਮਾਸ 'ਚ ਬੈਠਾ ਹਾਂ, ਸ਼ਾਇਦ ਕਿਸੇ ਦੀ ਡੈਥ ਹੋ ਗਈ, ਜਾਂ ਸ਼ਾਇਦ ਕੋਈ ਸੁੱਤਾ ਪਿਆ। ਆਈ ਇਨਵੈਸਟਿਡ ਮਾਈ ਸੈਲਫ ਵਿਦ ਅ ਹੋਲੀ ਸਾਇਲੈਂਸ। ਤਾਂ ਫਿਰ ਮੈਂ ਉਵੇਂ ਹੀ ਕਰਦਾ ਕਿ ਮੈਂ ਚੁੱਪ ਕਰਕੇ ਸਾਇਲੈਂਟ ਹੋ ਜਾਂਦਾ, ਹੋਲੀ ਸਾਇਲੈਂਸ। ਹੁਣ ਇੱਥੇ ਦੇਖੋ ਉਹ ਹੋਲੀ ਸਾਇਲੈਂਸ ਕਹਿ ਰਿਹਾ। ਹੋਲੀ ਦਾ ਮਤਲਬ ਹੁੰਦਾ ਬੇਟਾ ਪਵਿੱਤਰ, ਕਿਉਂਕਿ ਬੱਚਾ ਹੈ ਉਹ। ਹੁਣ ਬੱਚਾ ਤਾਂ ਇਹੀ ਸੋਚ ਰਿਹਾ ਕਿ ਸ਼ਾਇਦ ਦਾਦੀ ਮਾਂ ਕੋਈ ਪਾਠ ਕਰ ਰਹੀ ਹੈ, ਕੋਈ ਐਸੀ ਚੀਜ਼ ਪੜ੍ਹ ਰਹੀ ਹੈ ਵੀ ਜਿੱਥੇ ਕਿ ਸ਼ਾਂਤੀ ਚਾਹੀਦੀ ਹੈ। ਉਹ ਤਾਂ ਹੀ ਇਹ ਤਿੰਨ ਗੱਲਾਂ ਕਹਿੰਦਾ ਨਾ, ਮਾਸ, ਡੈਥ ਔਰ ਸਲੀਪ, ਕਿਉਂਕਿ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਉਸ ਨੂੰ ਐ ਲੱਗਦਾ ਹੈ ਕਿ ਚੁੱਪ ਰੱਖੀ ਜਾਂਦੀ ਹੈ। ਤਾਂ ਉਹ ਇਹ ਸੋਚ ਕੇ ਚੁੱਪ ਕਰ ਜਾਂਦਾ ਹੈ ਉਹ ਬੱਚਾ, ਹੋਲੀ ਸਾਇਲੈਂਸ ਆ ਜਾਂਦੀ ਹੈ। ਪਰ ਦਾਦੀ ਮਾਂ ਕੀ ਪਤਾ ਕੀ ਪੜ੍ਹ ਰਹੀ ਹੈ, ਕੀ ਪੜ੍ਹ ਕੇ ਹੱਸ ਰਹੀ ਹੈ, ਕੀ ਪੜ੍ਹ ਕੇ ਮੁਸਕਰਾ ਰਹੀ ਹੈ। ਪਰ ਬੱਚਾ ਆਪਣੇ ਹਿਸਾਬ ਨਾਲ ਸੋਚ ਰਿਹਾ ਕਿ ਦਾਦੀ ਮਾਂ ਸ਼ਾਇਦ ਕੋਈ ਵਧੀਆ ਚੀਜ਼ ਪੜ੍ਹ ਰਹੀ ਹੋਣੀ, ਕੋਈ ਪ੍ਰੇਅਰ ਕਰ ਰਹੀ ਹੋਣੀ, ਜਾਂ ਕੋਈ ਏਦਾਂ ਦੀ ਚੀਜ਼ ਪੜ੍ਹ ਰਹੀ ਹੋਣੀ ਜਿੱਥੇ ਮੇਰਾ ਚੁੱਪ ਰਹਿਣਾ ਬੰਦਾ, ਤੇ ਉਹ ਚੁੱਪ ਹੋ ਜਾਂਦਾ। ਫਰੋਮ ਟਾਈਮ ਟੂ ਟਾਈਮ ਲੁਈਜ਼ੀ ਵੁੱਡ ਗਿਵ ਅ ਚੱਕਲ। ਨਾ ਹੁਣ ਇੱਥੇ ਦਾਦੀ ਮਾਂ ਦਾ ਨਾਮ ਆ ਗਿਆ ਜੀ, ਲੁਈਜ਼ੀ। ਤਾਂ ਇਹ ਬੇਟਾ ਨਾਮ ਯਾਦ ਰੱਖਣਾ ਹੈ, ਇਹ ਉਸਦੀ ਦਾਦੀ ਮਾਂ ਦਾ ਨਾਮ ਹੈ, ਲੁਈਜ਼ੀ। ਤਾਂ ਲੁਈਜ਼ੀ ਕਦੇ ਕਦੇ ਹੱਸਦੀ ਵੀ। ਚੱਕਲ ਦਾ ਮਤਲਬ ਹੁੰਦਾ ਬੇਟਾ ਲਾਫ। ਲਾਫ ਤਾਂ ਹੁੰਦਾ ਹੱਸਣਾ, ਚੱਕਲ ਦਾ ਮਤਲਬ ਹੁੰਦਾ ਬਹੁਤ ਹੀ ਹਲਕਾ ਜਿਹਾ ਹੱਸਣਾ, ਉਹਨੂੰ ਆਪਾਂ ਚੱਕਲ ਕਹਿੰਦੇ ਹਾਂ। ਤਾਂ ਕਦੇ ਕਦੇ, ਫਰੋਮ ਟਾਈਮ ਟੂ ਟਾਈਮ, ਪੜ੍ਹਦੇ ਪੜ੍ਹਦੇ ਜਿਹੜੀ ਮੇਰੀ ਦਾਦੀ ਮਾਂ ਲੁਈਜ਼ੀ ਹੈ ਉਹ ਕਦੇ ਹੱਸਦੀ। ਸ਼ੀ ਵੁੱਡ ਕਾਲ ਟੂ ਹਰ ਡਾਟਰ, ਫਿਰ ਉਹ ਆਪਣੀ ਕੁੜੀ ਨੂੰ ਬੁਲਾਉਂਦੀ, ਉਹਦੀ ਆਪਣੀ ਇੱਕ ਬੇਟੀ ਵੀ ਹੈ ਦਾਦੀ ਮਾਂ ਦੀ। ਪੁਆਇੰਟ ਐਟ ਅ ਲਾਈਨ ਐਂਡ ਦ ਟੂ ਵਿਮਨ ਵੁੱਡ ਐਕਸਚੇਂਜ ਅ ਕਨਸਪੀਰੇਟੋਰੀਅਲ ਲੁੱਕ। ਫਿਰ ਉਹ ਆਪਣੀ ਕੁੜੀ ਨੂੰ ਬੁਲਾ ਕੇ ਇੱਕ ਲਾਈਨ ਵੱਲ ਇਸ਼ਾਰਾ ਕਰਦੀ, ਬੁੱਕ ਦੇ ਵਿੱਚ ਲਿਖੀ ਹੋਈ ਲਾਈਨ ਵੱਲ ਇਸ਼ਾਰਾ ਕਰਦੀ, ਅਤੇ ਫਿਰ ਦੋਵੇਂ ਲੇਡੀਜ਼, ਦੋਵੇਂ ਔਰਤਾਂ ਇੱਕ ਦੂਜੇ ਦੇ ਵੱਲ ਇੱਕ ਭੇਦ ਭਰੀ ਨਜ਼ਰ ਨਾਲ ਦੇਖਦੀਆਂ। ਐਕਸਚੇਂਜ ਆ ਕਨਸਪੀਰੇਟੋਰੀਅਲ ਲੁੱਕ। ਕਨਸਪੀਰੇਟੋਰੀਅਲ ਦਾ ਮਤਲਬ ਹੁੰਦਾ ਬੇਟਾ ਸੀਕ੍ਰੇਟ, ਉਹੀ ਭੇਦ ਭਰੀ, ਮਤਲਬ ਦੋਨੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਭੇਦ ਭਰੀ ਨਜ਼ਰ ਨਾਲ ਦੇਖਦੀਆਂ ਵੀ ਆਹ ਕੀ ਲਿਖਿਆ ਹੋਇਆ। ਹੁਣ ਇਹ ਕਿੱਦਾਂ ਦੀ ਲਾਈਨ ਪੜ੍ਹਾਉਂਦੀ ਸੀ ਆਪਣੀ ਲੜਕੀ ਨੂੰ ਬੁਲਾ ਕੇ, ਇਹ ਤਾਂ ਉਹ ਦੋਨੇ ਜਣੀਆਂ ਜਾਣਦੀਆਂ ਨੇ। ਤਾਂ ਤੁਸੀਂ ਸਮਝਣ ਦੀ ਇਹ ਕੋਸ਼ਿਸ਼ ਕਰੋ ਕਿ ਉਹ ਸਿਰਫ ਲੇਡੀਜ਼ ਦੇ ਵਿਚਕਾਰ ਦੀ ਗੱਲ ਹੈ ਕਿ ਉਹ ਲਾਈਨ ਨੂੰ ਪੜ੍ਹ ਕੇ ਫਿਰ ਉਹ ਇੱਕ ਦੂਜੇ ਨੂੰ ਦੇਖਦੀਆਂ ਤੇ ਬੜੀਆਂ ਭੇਦ ਭਰੀਆਂ ਨਜ਼ਰਾਂ ਨਾਲ ਦੇਖਦੀਆਂ ਇੱਕ ਦੂਜੇ ਨੂੰ। Yet I did not care for these over elegant works। ਕਹਿੰਦੇ ਪਰ ਮੈਂ ਫਿਰ ਵੀ ਇਹ ਜਿਹੜੇ ਓਵਰ ਐਲੀਗੈਂਟ ਵਰਕਸ ਹੈ ਇਹਨਾਂ ਦੀ ਪਰਵਾਹ ਨਾ ਕਰਦਾ। ਡਿਡ ਨੋਟ ਕੇਅਰ, ਕੇਅਰ ਦਾ ਮਤਲਬ ਹੁੰਦਾ ਪਰਵਾਹ ਕਰਨੀ। ਇੱਥੇ ਹੁਣ ਉਸ ਨੇ ਇਹਨਾਂ ਕਿਤਾਬਾਂ ਨੂੰ ਕਿਹਾ ਗਿਆ, ਇੱਥੇ ਓਵਰ ਐਲੀਗੈਂਟ ਵਰਕਸ ਦਾ ਮਤਲਬ ਕੀ ਹੈ? ਇਹ ਕਿਤਾਬਾਂ ਜੋ ਦਾਦੀ ਮਾਂ ਪੜ੍ਹਦੀ ਹੈ, ਓਵਰ ਐਲੀਗੈਂਟ ਵਰਕਸ। ਐਲੀਗੈਂਟ ਦਾ ਮਤਲਬ ਕੀ ਹੁੰਦਾ ਵੈਸੇ? ਐਲੀਗੈਂਟ ਦਾ ਮਤਲਬ ਹੁੰਦਾ ਜਿਹੜੀਆਂ ਬੜੀਆਂ ਅਟਰੈਕਟਿਵ ਜੀਆਂ ਚੀਜ਼ਾਂ ਹੋਣ, ਸ਼ੋਈ ਜੀਆਂ ਚੀਜ਼ਾਂ ਹੋਣ, ਉਹਨੂੰ ਆਪਾਂ ਐਲੀਗੈਂਟ ਕਹਿੰਦੇ ਆ, ਅਟਰੈਕਟਿਵ, ਹੈ ਨਾ, ਜਿਹੜੇ ਆਪਾਂ ਨੂੰ ਖਿੱਚਦੀਆਂ ਨੇ। ਤੁਹਾਨੂੰ ਦੱਸਿਆ ਨਾ ਕਿ ਉਹ ਜਿਹੜੀਆਂ ਬੁੱਕਸ ਨੇ ਬਹੁਤ ਜ਼ਿਆਦਾ
ਨਿਊ ਨੇ ਤੇ ਬ੍ਰਾਈਟ ਨੇ ਤੇ ਗਲੇਸ ਪੇਪਰ ਦੇ ਨਾਲ ਬਣੀਆਂ ਹੋਈਆਂ ਇਦਾਂ ਦੀਆਂ ਬੁੱਕਸ ਨੇ ਜਿਹੜੀਆਂ ਕਿ ਬੜੀਆਂ ਹੀ ਮਤਲਬ ਕਿ ਸ਼ੋਈ ਜੀਆਂ ਹੁੰਦੀਆਂ ਨੇ। ਤਾਂ ਇਹ ਓਵਰ ਐਲੀਗੈਂਟ ਵਰਕਸ ਦੀ ਮੈਂ ਬਿਲਕੁਲ ਪਰਵਾਹ ਨਹੀਂ ਸੀ ਕਰਦਾ। ਦੇ ਵਰ ਇੰਟਰੂਡਰਸ, ਉਹ ਮੇਰੇ ਲਈ ਇੰਟਰੂਡਰਸ ਵਰਗੀਆਂ ਸੀਗੀਆਂ। ਇੰਟਰੂਡਰਸ ਦਾ ਮਤਲਬ ਹੁੰਦਾ ਬੇਟਾ ਪੰਜਾਬੀ ਚ ਘੁਸਪੈਠੀਆ। ਮੰਨ ਲਓ ਕੋਈ ਕਿਸੇ ਦੇ ਘਰੇ ਬੜਿਆ ਵੇ ਬਿਨਾਂ ਬੁਲਾਏ ਤਾਂ ਉਹਨੂੰ ਆਪਾਂ ਘੁਸਪੈਠੀਆ ਕਹਿੰਦੇ ਹਾਂ। ਤਾਂ ਇਹ ਮੇਰੇ ਲਈ ਇਹ ਬੁੱਕਸ ਕਿੱਦਾਂ ਦੀਆਂ ਸੀ? ਇੰਟਰੂਡਰਸ। ਹੁਣ ਤੁਸੀਂ ਇਹ ਯਾਦ ਰੱਖਣਾ ਹੈ ਕਿ ਇਹਨਾਂ ਬੁੱਕਸ ਨੂੰ, ਦਾਦੀ ਮਾਂ ਦੀਆਂ ਬੁੱਕਸ ਨੂੰ ਜਿਹੜਾ ਰਾਈਟਰ ਹੈ ਉਹ ਕੀ ਕਹਿੰਦਾ ਹੈ? ਉਹ ਉਹਨਾਂ ਨੂੰ ਕਹਿੰਦਾ ਹੈ ਓਵਰ ਐਲੀਗੈਂਟ, ਉਹ ਉਹਨਾਂ ਨੂੰ ਕਹਿੰਦਾ ਇੰਟਰੂਡਰ। ਯਾਦ ਕਰੋ ਦਾਦਾ ਜੀ ਦੀਆਂ ਬੁੱਕਸ ਨੂੰ ਰਾਈਟਰ ਕੀ ਕਹਿੰਦਾ ਸੀ? ਕਲਚਰਲ ਆਬਜੈਕਟ ਕਿਹਾ ਉਸਨੇ ਬੜੇ ਵਧੀਆ ਵਧੀਆ ਨਾਮ ਦਿੱਤੇ ਆ, ਆਪਾਂ ਕੱਲ ਪੜ੍ਹਿਆ ਸੀਗਾ। ਲੇਕਿਨ ਅੱਜ ਉਹ ਜਿਹੜੀਆਂ ਦਾਦੀ ਮਾਂ ਦੀਆਂ ਬੁੱਕਸ ਹੈ ਉਹ ਓਵਰ ਐਲੀਗੈਂਟ ਕਹਿ ਰਹੇ ਹੈ ਅਤੇ ਇੰਟਰੂਡਰਸ ਕਹਿ ਰਹੇ ਆ। ਦੋਨੇ ਨੈਗੇਟਿਵ ਸੈਂਸ 'ਚ ਯੂਜ਼ ਕਰ ਰਿਹਾ। ਮਤਲਬ ਉਹ ਆਪਣੇ ਦਾਦਾ ਜੀ ਦੀਆਂ ਬੁੱਕਸ ਨੂੰ ਬਹੁਤ ਵਧੀਆ ਮੰਨਦਾ ਹੈ, ਲੇਕਿਨ ਦਾਦੀ ਜੀ ਦੀਆਂ ਬੁੱਕਸ ਨੂੰ, ਜੋ ਦਾਦੀ ਬੁੱਕਸ ਪੜ੍ਹਦੀ ਹੈ, ਉਹਨਾਂ ਨੂੰ ਵਧੀਆ ਰਾਈਟਰ ਨਹੀਂ ਮੰਨਦਾ, ਤਾਂ ਹੀ ਉਹ ਇਦਾਂ ਦੇ ਵਰਡਸ ਯੂਜ਼ ਕਰ ਰਿਹਾ। And my grandfather did not hide the fact that they were part of an exclusively feminine inferior cult. ਅਤੇ ਮੇਰੇ ਗ੍ਰੈਂਡਫਾਦਰ ਨੇ, ਮੇਰੇ ਦਾਦਾ ਜੀ ਨੇ ਇਹ ਚੀਜ਼ ਕਦੇ ਨਹੀਂ ਛੁਪਾਈ। ਡਿਡ ਨੋਟ ਹਾਈਡ ਦਾ ਫੈਕਟ, ਹਾਈਡ ਦਾ ਮਤਲਬ ਹੁੰਦਾ ਬੇਟਾ ਛੁਪਾਉਣਾ। ਇਹ ਚੀਜ਼ ਕਦੀ ਨਹੀਂ ਛੁਪਾਈ, ਇਹ ਸੱਚਾਈ ਕਦੇ ਨਹੀਂ ਛੁਪਾਈ ਕਿ ਇਹ ਦੇ ਦਾ ਮਤਲਬ ਉਹਨਾਂ ਬੁੱਕਸ ਨੂੰ ਹੀ ਕਿਹਾ ਗਿਆ ਕਿ ਜਿਹੜੀਆਂ ਬੁੱਕਸ ਨੇ ਇਹ ਖਾਸ ਤੌਰ ਤੇ, ਐਕਸਕਲੂਸਿਵਲੀ ਦਾ ਮਤਲਬ ਹੁੰਦਾ ਬੇਟਾ ਖਾਸ ਤੌਰ ਤੇ, ਇਹ ਜਿਹੜੀਆਂ ਲੜਕੀਆਂ ਦੇ ਨਾਲ ਰਿਲੇਟਡ ਬੁੱਕਸ ਨੇ। ਦੇਖੋ ਫੈਮਿਨੀਨ ਦਾ ਮਤਲਬ ਕੀ ਹੁੰਦਾ ਹੈ? ਫੀਮੇਲ ਤੋਂ ਬਣਦਾ ਨਾ ਫੈਮਿਨੀਨ। ਫੈਮਿਨੀਨ ਦਾ ਮਤਲਬ ਕਿ ਲੜਕੀਆਂ ਦੇ ਨਾਲ ਰਿਲੇਟਡ ਬੁੱਕਸ ਪੜ੍ਹਦੀਆਂ ਸੀਗੀਆਂ ਦੋਨੇ, ਅਤੇ ਉਹ ਇਨਫੀਰੀਅਰ ਕਲਟ ਦੀਆਂ ਸੀ, ਮਤਲਬ ਕਿ ਘਟੀਆ ਕਿਸਮ ਦੀਆਂ ਬੁੱਕਸ ਹੁੰਦੀਆਂ ਸੀਗੀਆਂ। ਉਹ ਲੜਕੀਆਂ ਦੇ ਉੱਪਰ ਜਿਹੜੀਆਂ ਬੁੱਕਸ ਲਿਖੀਆਂ ਜਾਂਦੀਆਂ ਸੀ ਉਹਨਾਂ ਦਿਨਾਂ ਦੇ ਵਿੱਚ, ਉਹ ਬੁੱਕਸ ਪੜ੍ਹਦੀਆਂ ਸੀ। ਇਹ ਮੇਰੇ ਦਾਦਾ ਜੀ ਦਾ ਮੰਨਣਾ ਹੈ। ਦਾਦਾ ਜੀ ਨੇ ਇਹ ਗੱਲ ਕਦੇ ਨਹੀਂ ਛੁਪਾਈ ਕਿ ਜਿਹੜੀ ਦਾਦੀ ਬੁੱਕਸ ਪੜ੍ਹਦੀ ਹੈ ਇਹ ਲੜਕੀਆਂ ਤੇ ਲਿਖੀ ਹੋਈ ਕਿਤਾਬ ਪੜ੍ਹਦੀ ਹੈ ਤੇ ਉਹ ਵੀ ਘਟੀਆ ਕਿਸਮ ਦੀ ਹੈ। ਇਨਫੀਰੀਅਰ ਦਾ ਮਤਲਬ ਹੁੰਦਾ ਬੇਟਾ ਘਟੀਆ, ਘਟੀਆ ਨੂੰ ਕਿਹਾ ਜਾਂਦਾ ਹੈ। ਕਲਟ ਤੁਸੀਂ ਕਹਿ ਸਕਦੇ ਹੋ ਕਿ ਖਾਸ ਕੋਈ, ਜਿਵੇਂ ਵੈਸੇ ਤਾਂ ਕਲਟ ਦਾ ਮਤਲਬ ਹੁੰਦਾ ਬੇਟਾ ਜਿਵੇਂ ਕੋਈ ਧਾਰਮਿਕ ਬਿਲੀਫ ਹੁੰਦੀ ਹੈ ਨਾ, ਉਹਨੂੰ ਕਿਹਾ ਜਾਂਦਾ। ਲੇਕਿਨ ਇੱਥੇ ਕਲਟ ਦਾ ਮਤਲਬ ਕੋਈ ਖਾਸ ਚੀਜ਼। ਇੱਥੇ ਖਾਸ ਚੀਜ਼ ਕਿਹੜੀ? ਉਹੀ ਘਟੀਆ ਕਿਸਮ ਦੀਆਂ ਕਿਤਾਬਾਂ। ਤਾਂ ਉਹ ਜਿਹੜੀਆਂ ਬੁੱਕਸ ਹੈ ਉਹ ਦਾਦੀ ਮਾਂ ਪੜ੍ਹਦੀ ਸੀ। ਤਾਂ ਦਾਦੀ ਮਾਂ ਸ਼ੌਕੀਨਣ ਸੀ ਭਾਈ, ਦਾਦੀ ਮਾਂ ਸ਼ੌਕੀਨਣ ਸੀ, ਏਦਾਂ ਦੀਆਂ ਬੁੱਕਸ ਪੜ੍ਹਦੀ ਸੀ। ਦਾਦੇ ਦੀ ਟੇਸਟ ਆਪਣੇ ਸੀ, ਦਾਦੀ ਦੇ ਟੇਸਟ ਆਪਣੇ ਸੀ। On Sundays he would go for want of anything better to do into my grandmother's room. ਤਾਂ ਸੰਡੇ ਨੂੰ, ਐਤਵਾਰ ਨੂੰ, ਇੱਥੇ ਸੰਡੇ ਦੀ ਗੱਲ ਹੋਈ ਹੈ। ਦੇਖੋ ਫਰਾਈਡੇ ਨੂੰ ਤਾਂ ਦਾਦੀ ਮਾਂ ਜਾਂਦੀ ਸੀ ਲਾਇਬ੍ਰੇਰੀ ਬੁੱਕਸ ਲੈਣ ਲਈ, ਸੰਡੇ ਨੂੰ ਦਾਦਾ ਜਾਂਦਾ ਹੁੰਦਾ ਸੀ ਕਿੱਥੇ? ਗ੍ਰੈਂਡ ਮਦਰ ਦੇ ਰੂਮ 'ਚ, ਦਾਦੀ ਮਾਂ ਦੇ ਕਮਰੇ ਜਾਂਦਾ ਸੀ, ਸੰਡੇ ਨੂੰ ਜਾਂਦਾ ਸੀ, ਕਿਉਂਕਿ ਉਸ ਕੋਲੇ ਹੋਰ ਕੁਝ ਕਰਨ ਨੂੰ ਹੁੰਦਾ ਨਹੀਂ ਸੀ। ਹੀ ਵੁੱਡ ਗੋ ਫॉर ਵਾਂਟ ਆਫ ਐਨੀਥਿੰਗ ਬੈਟਰ ਟੂ ਡੂ। ਇਹਦਾ ਮਤਲਬ ਹੈ ਕਿ ਉਹਦੇ ਕੋਲ ਵਿਹਲਾ ਹੁੰਦਾ ਸੀ ਦਾਦਾ, ਤੇ ਹੁਣ ਉਹਦੇ ਕੋਲ ਕੁਝ ਕਰਨ ਨੂੰ ਤਾਂ ਹੈ ਨਹੀਂ, ਫਿਰ ਉਹ ਦਾਦੀ ਮਾਂ ਦੇ ਕਮਰੇ 'ਚ ਜਾਂਦਾ ਸੰਡੇ ਨੂੰ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਐਂਡ ਵੁੱਡ ਪਲਾਂਟ ਹਿਮਸੈਲਫ ਇਨ ਫਰੰਟ ਆਫ ਹਰ। ਉਹ ਦਾਦੀ ਦੇ ਸਾਹਮਣੇ ਬੈਠ ਜਾਂਦਾ। ਵੁੱਡ ਪਲਾਂਟ ਹਿਮਸੈਲਫ, ਪਲਾਂਟ ਹਿਮਸੈਲਫ ਦਾ ਮਤਲਬ ਕਿ ਬੈਠ ਜਾਂਦਾ। ਇਨ ਫਰੰਟ ਆਫ ਹਰ, ਹਰ ਦਾ ਮਤਲਬ ਦਾਦੀ ਮਾਂ, ਤਾਂ ਦਾਦੀ ਮਾਂ ਦੇ ਸਾਹਮਣੇ ਬੈਠ ਜਾਂਦਾ। ਵਿਦਾਊਟ ਫਾਈਂਡਿੰਗ ਐਨੀਥਿੰਗ ਟੂ ਸੇ, ਕੁਛ ਨਾ ਕਹਿੰਦਾ, ਕੋਈ ਗੱਲ ਵੀ ਨਹੀਂ ਸੀ ਹੁੰਦੀ ਉਹਦੇ ਕੋਲੇ, ਬਸ ਜਾ ਕੇ ਬੈਠ ਜਾਂਦਾ ਉਹਦੇ ਅੱਗੇ। ਐਵਰੀਵਨ ਵੁੱਡ ਲੁੱਕ ਐਟ ਹਿਮ। ਹੁਣ ਸਾਰੇ ਜਣੇ ਉਹਦੇ ਵੱਲ ਦੇਖਦੇ, ਕਿਹਦੇ ਵੱਲ? ਦਾਦਾ ਜੀ ਵੱਲ। ਇੱਥੇ ਹਿਮ ਦਾ ਮਤਲਬ ਦਾਦਾ ਜੀ ਨੂੰ ਕਿਹਾ ਗਿਆ। He would drum on the window's pane and then, void of ideas, he would turn back to Louise.
ਤਾਂ ਫਿਰ ਤੁਹਾਨੂੰ ਪਤਾ ਹੈ ਨਾ ਕਿ ਦਾਦੀ ਮਾਂ ਕਿੱਥੇ ਬੈਠ ਕੇ ਪੜ੍ਹਦੀ ਸੀਗੀ। ਦਾਦੀ ਮਾਂ ਬੈਠ ਕੇ ਪੜ੍ਹਦੀ ਸੀ ਵਿੰਡੋ ਕੋਲੇ, ਹੈ ਨਾ। ਤਾਂ ਵਿੰਡੋ ਕੋਲੇ ਬੈਠ ਕੇ ਬੁੱਕ ਪੜ੍ਹਦੀ ਸੀ, ਤਾਂ ਉਹਦੇ ਕੋਲੇ ਜਾ ਕੇ, ਵਿੰਡੋ ਕੋਲ ਜਾ ਕੇ ਉਹ ਬੈਠ ਜਾਂਦਾ ਉਹਦੇ ਸਾਹਮਣੇ, ਅਤੇ ਫਿਰ ਉਹ ਵਿੰਡੋ ਪੇਨ ਦੇ ਉੱਪਰ ਡਰਮਿੰਗ ਕਰਦਾ। ਡਰਮ ਦਾ ਮਤਲਬ ਹੁੰਦਾ ਬੇਟਾ ਥਪਥਪਾਉਣਾ। ਜਿਵੇਂ ਆਪਾਂ ਮੰਨ ਲਓ ਟੇਬਲ ਤੇ ਬੈਠੀ ਤਾਂ ਟੇਬਲ ਤੇ ਉੱਪਰ ਆਪਾਂ ਹੱਥ ਦੇ ਨਾਲ ਕੁਝ ਢੋਲਕੀ ਵਾਂਗੂ ਜਾਂ ਵਜਾਈਏ ਹਲਕਾ ਜਿਹਾ, ਤਾਂ ਉਹਨੂੰ ਆਪਾਂ ਡਰਮਿੰਗ ਕਰਨਾ ਕਹਿੰਦੇ ਆ। ਤਾਂ ਵਿੰਡੋ ਪੇਨ ਦਾ ਮਤਲਬ ਹੁੰਦਾ ਬੇਟਾ ਜਿਹੜਾ ਵਿੰਡੋ ਦੇ ਵਿੱਚ ਸ਼ੀਸ਼ਾ ਲੱਗਿਆ ਹੁੰਦਾ, ਗਲਾਸ ਲੱਗਿਆ ਹੁੰਦਾ, ਉਹਨੂੰ ਕਹਿੰਦੇ ਆ ਵਿੰਡੋ ਪੇਨ। ਤਾਂ ਵਿੰਡੋ ਪੇਨ ਤੇ ਜਾ ਕੇ ਡਰਮਿੰਗ ਕਰਦਾ ਆਪਣੇ ਹੱਥ ਦੇ ਨਾਲ। ਅਤੇ ਫਿਰ ਉਹਦੇ ਕੋਲੇ void of ideas। void of ਦਾ ਮਤਲਬ ਹੁੰਦਾ ਹੈ ਕਿ ਜਦੋਂ ਕੋਈ ਚੀਜ਼ ਨਹੀਂ ਹੁੰਦੀ। void of ਦਾ ਮਤਲਬ ਹੁੰਦਾ ਹੈ ਕਿ ਕੋਈ ਚੀਜ਼ ਦਾ ਨਾ ਹੋਣਾ। ਤਾਂ ਉਹਦੇ ਕੋਲੇ ਕੋਈ ਆਈਡੀਆ ਤਾਂ ਹੁੰਦਾ ਨਹੀਂ ਸੀ, ਕੋਈ ਵਿਚਾਰ ਤਾਂ ਹੁੰਦਾ ਨਹੀਂ ਸੀ, ਕੋਈ ਗੱਲ ਤਾਂ ਹੁੰਦੀ ਨਹੀਂ ਸੀਗੀ। ਫਿਰ ਉਹ ਕੀ ਕਰਦਾ, ਉਹ ਲੂਈਜ਼ੀ ਵੱਲ ਵੇਖਦਾ। ਹੀ ਵੁੱਡ ਟਰਨ ਬੈਕ ਟੂ ਲੂਈਜ਼ੀ। ਤਾਂ ਵਿੰਡੋ ਪੇਨ ਤੋਂ ਉਹਦਾ ਧਿਆਨ ਲੂਈਜ਼ੀ ਵੱਲ ਜਾਂਦਾ। ਲੂਈਜ਼ੀ ਕੌਣ ਹੈ, ਯਾਦ ਕਰੋ, ਦਾਦੀ ਮਾਂ ਹੈ। ਐਂਡ ਸਨੈਚ ਹਰ ਬੁੱਕ ਅਵੇ ਫਰੋਮ ਹਰ। ਅਤੇ ਫਿਰ ਉਸ ਤੋਂ ਉਹਦੀ ਕਿਤਾਬ ਖੋਹ ਲੈਂਦਾ। ਸਨੈਚ ਦਾ ਮਤਲਬ ਹੁੰਦਾ ਬੇਟਾ ਖੋਣਾ। ਤਾਂ ਦਾਦੀ ਮਾਂ ਕਿਤਾਬ ਬੈਠ ਕੇ ਪੜ੍ਹ ਰਹੀ ਹੈ, ਤਾਂ ਉਹੀ ਆਪਣਾ ਪੂਰਾ ਇੰਜੋਏ ਕਰ ਰਹੀ ਹੈ ਕਿਤਾਬ ਨੂੰ, ਤੇ ਉਸ ਤੋਂ ਬੁੱਕ ਖੋਹ ਲੈਂਦਾ। ਚਾਰਲਸ, ਸ਼ੀ ਵੁੱਡ ਕ੍ਰਾਈ ਆਊਟ ਐਂਗਰਲੀ। ਤਾਂ ਉਹ ਫਿਰ ਗੁੱਸੇ ਨਾਲ ਬੋਲਦੀ। ਐਂਗਰਲੀ ਦਾ ਮਤਲਬ ਗੁੱਸੇ ਨਾਲ ਬੋਲਦੀ। ਚਾਰਲਸ, ਤਾਂ ਹੁਣ ਸਾਨੂੰ ਪਤਾ ਲੱਗ ਗਿਆ ਜੀ ਕਿ ਦਾਦਾ ਜੀ ਦਾ ਨਾਮ ਕੀ ਹੈ, ਚਾਰਲਸ। ਆ ਗਿਆ ਜੀ, ਤਾਂ ਦੋਨਾਂ ਦਾ ਨਾਮ ਆ ਗਿਆ ਜੀ। ਲੂਈਜ਼ੀ ਉਸਦੀ ਦਾਦੀ ਮਾਂ ਦਾ ਨਾਮ ਹੈ ਤੇ ਦਾਦਾ ਜੀ ਦਾ ਨਾਮ ਹੈ ਚਾਰਲਸ। ਤਾਂ ਫਿਰ ਉਹ ਕਹਿੰਦੀ, ਚਾਰਲਸ ਯੂ ਵਿਲ ਲੂਜ਼ ਮਾਈ ਪੇਜ। ਤੂੰ ਮੇਰਾ ਪੇਜ ਫਾੜ ਦੇਗਾ। ਕਿਉਂਕਿ ਜਦੋਂ ਉਸਨੇ ਬੁੱਕ ਉਸ ਤੋਂ ਖੋਈ ਹੈ ਕਿ ਦੇਖਾਂ ਮੇਰੀ ਘਰ ਵਾਲੀ ਪੜ੍ਹ ਕੀ ਰਹੀ ਹੈ, ਜਿਹੜੀ ਐ ਮੁਸਕਰਾ ਰਹੀ ਹੈ ਮੰਦ ਮੰਦ ਪੜ੍ਹ ਕੇ, ਤਾਂ ਉਹ ਕਹਿੰਦੀ ਹੈ ਕਿ ਤੂੰ ਮੇਰਾ ਪੇਜ ਫਾੜ ਦੇਗਾ। ਆਈਬ੍ਰੋਜ਼ ਰੇਜ਼ਡ, ਹੁਣ ਭਰਵੱਟੇ ਚੜ ਜਾਂਦੇ ਆ ਅੱਖਾਂ ਦੇ। ਆਈਬ੍ਰੋਜ਼ ਪਤਾ ਹੈ ਤੁਹਾਨੂੰ, ਰੇਜ਼ ਦਾ ਮਤਲਬ ਚੜ ਜਾਂਦੇ ਆ। ਹੀ ਵੁੱਡ ਆਲਰੇਡੀ ਬੀ ਰੀਡਿੰਗ, ਤਾਂ ਉਹ ਕਿਤਾਬ ਪੜ੍ਹ ਰਿਹਾ ਹੁੰਦਾ ਹੈ। ਜਦੋਂ ਦਾਦਾ ਉਹ ਕਿਤਾਬ ਪੜ੍ਹਨ ਲੱਗਦਾ ਹੈ, ਜਿਹੜੀ ਕਿ ਐਕਚੁਅਲੀ ਬਣੀ ਕਿਹਦੇ ਲਈ ਹੈ, ਲੜਕੀਆਂ ਦੇ ਲਈ। ਹੁਣ ਲੜਕੀਆਂ ਲਈ ਕਿਤਾਬ ਉਹ ਪੜ੍ਹਨ ਲੱਗ ਗਿਆ, ਤਾਂ ਨੈਚੁਰਲੀ ਦਾਦੀ ਮਾਂ ਨੂੰ ਤਾਂ ਗੁੱਸਾ ਆਊਗਾ ਹੀ। ਤਾਂ ਆਈਬ੍ਰੋਜ਼ ਉਹਦੀਆਂ ਭਰਵੱਟੇ ਚੜ ਜਾਂਦੇ ਆ। ਸਡਨਲੀ ਹਿਜ਼ ਫੋਰ ਫਿੰਗਰ ਵੁੱਡ ਰੈਪ ਦਾ ਬੁੱਕ। ਅਚਾਨਕ ਉਸਦੀ ਜਿਹੜੀ ਫੋਰ ਫਿੰਗਰ ਹੈ ਉਹ ਬੁੱਕ ਦੇ ਉੱਪਰ ਸਟ੍ਰਾਈਕ ਕਰਦੀ ਹੈ। ਰੈਪ ਦਾ ਮਤਲਬ ਹੁੰਦਾ ਬੇਟਾ ਮਤਲਬ ਹਲਕੀ ਜੀ ਸੱਟ ਮਾਰਨਾ। ਕਿ ਜਿਵੇਂ ਫੋਰ ਫਿੰਗਰ ਇੱਥੇ ਫੇਰ ਆਈ ਹੈ, ਦੇਖੋ ਮੈਂ ਤੁਹਾਨੂੰ ਕੱਲ ਦੱਸਿਆ ਸੀ ਨਾ ਕਿ ਅੰਗੂਠੇ ਦੇ ਨਾਲ ਵਾਲੀ ਜਿਹੜੀ ਸਾਡੀ ਫਿੰਗਰ ਹੈ ਉਸਨੂੰ ਆਪਾਂ ਫੋਰ ਫਿੰਗਰ ਕਹਿੰਦੇ ਆ। ਇਸ ਨੂੰ ਇੰਡੈਕਸ ਫਿੰਗਰ ਵੀ ਕਿਹਾ ਜਾਂਦਾ ਹੈ। ਦੋ ਨਾਮ ਹੈ ਇਸਦੇ, ਫੋਰ ਫਿੰਗਰ ਐਂਡ ਇੰਡੈਕਸ ਫਿੰਗਰ। ਤਾਂ ਉਹ ਉਸ ਫੋਰ ਫਿੰਗਰ ਦੇ ਨਾਲ ਉਹ ਬੁੱਕ ਨੂੰ ਸਟ੍ਰਾਈਕ ਜਾ ਕਰਦਾ, ਤੇ ਫਿਰ ਕੀ ਕਹਿੰਦਾ, ਡੋਂਟ ਅੰਡਰਸਟੈਂਡ, ਕਿ ਮੈਨੂੰ ਕੁਝ ਨਹੀਂ ਪਤਾ ਲੱਗਿਆ ਇਹ ਕੀ ਲਿਖਿਆ ਹੋਇਆ। ਡੋਂਟ ਅੰਡਰਸਟੈਂਡ, ਮੈਨੂੰ ਕੱਖ ਨਹੀਂ ਪਤਾ ਲੱਗਿਆ ਵੀ ਇਹ ਕੀ ਹੈ। ਬਟ ਵਾਈ ਡੂ ਯੂ ਵਾਂਟ ਟੂ ਅੰਡਰਸਟੈਂਡ, ਮਾਈ ਗ੍ਰੈਂਡਮਦਰ ਵੁੱਡ ਸੇ। ਫਿਰ ਮੇਰੀ ਦਾਦੀ ਮਾਂ ਨੂੰ ਪੁੱਛਦੀ, ਤੂੰ ਫਿਰ ਸਮਝਣਾ ਕਿਉਂ ਚਾਹੁੰਦਾ ਹੈ? ਵਾਈ ਡੂ ਯੂ ਵਾਂਟ ਟੂ ਅੰਡਰਸਟੈਂਡ, ਸਮਝਣਾ ਕਿਉਂ ਚਾਹੁੰਦਾ ਹੈ? ਯੂ ਰੀਡ ਬਿਟਵੀਨ ਦਾ ਲਾਈਨਸ, ਕਹਿੰਦੇ ਤੈਨੂੰ ਪੜ੍ਹਨਾ ਚਾਹੀਦਾ ਕਿ ਲਾਈਨਾਂ 'ਚ ਲਿਖਿਆ ਕੀ ਹੈ। ਹੁਣ ਇੱਥੇ ਬੇਟਾ ਯੂ ਰੀਡ ਬਿਟਵੀਨ ਦਾ ਲਾਈਨ ਜਿਹੜਾ ਸੈਂਟੈਂਸ ਹੈ, ਇਹਦੇ ਵਿੱਚ ਇੱਕ ਇਡੀਅਮ ਆਇਆ ਹੈ, ਉਹ ਹੈ ਰੀਡ ਬਿਟਵੀਨ ਦਾ ਲਾਈਨਸ। ਰੀਡ ਬਿਟਵੀਨ ਦਾ ਲਾਈਨਸ। ਤਾਂ ਰੀਡ ਬਿਟਵੀਨ ਦਾ ਲਾਈਨਸ ਕੀ ਹੁੰਦਾ ਹੈ ਕਿ ਸਪੋਜ਼ ਕਰੋ ਬੁੱਕਸ, ਤੁਸੀਂ ਕੋਈ ਬੁੱਕ ਪੜ੍ਹ ਰਹੇ ਹੋ, ਤਾਂ ਬੁੱਕ ਦੇ ਵਿੱਚ ਕੋਈ ਲਾਈਨ ਆ ਗਈ। ਕਈ ਵਾਰੀ ਲਾਈਨ ਦੇ ਵਿੱਚ ਨਾ ਜਿਹੜਾ ਮੀਨਿੰਗ ਹੁੰਦਾ ਹੈ ਉਹ ਸਪਸ਼ਟ ਤੌਰ ਤੇ ਲਿਖਿਆ ਨਹੀਂ ਹੁੰਦਾ, ਸਾਨੂੰ ਸਮਝਣਾ ਪੈਂਦਾ ਹੈ। ਜਿਵੇਂ ਅਸੀਂ ਟਰਕਿਸ਼ ਕੈਟਾਸਟ੍ਰਫੀ ਚੈਪਟਰ ਪੜ੍ਹਿਆ ਸੀ, ਉਹਦੇ ਵਿੱਚ ਸਾਨੂੰ ਕਈ ਚੀਜ਼ਾਂ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਤਾਂ ਉਹਨੂੰ ਕਹਿੰਦੇ ਨੇ ਰੀਡ ਬਿਟਵੀਨ ਦਾ ਲਾਈਨਸ, ਕਿ ਸਾਨੂੰ ਲਾਈਨਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਪੈਂਦਾ ਤਾਂ ਅਸੀਂ ਉਸ ਮਤਲਬ ਵੱਲ ਪੂਰੀ ਤਰ੍ਹਾਂ ਪਹੁੰਚ ਪਾਉਂਦੇ ਹਾਂ। ਤਾਂ ਹੁਣ ਉਹ ਦਾਦੀ ਮਾਂ ਦਾਦੇ ਨੂੰ ਕਹਿੰਦੀ ਹੈ ਕਿ ਤੈਨੂੰ ਲਾਈਨਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਪਊਗਾ ਸਮਝਣ ਦੇ ਲਈ, ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਇਨ ਦਾ ਐਂਡ ਅੰਤ ਹੀ ਵੁੱਡ ਫਲਿੰਗ ਦਾ ਬੁੱਕ ਡਾਊਨ ਔਨ ਦਾ ਟੇਬਲ। ਉਹ ਫਿਰ ਜਿਹੜੀ ਉਹ ਬੁੱਕ ਚੱਕੀ ਹੁੰਦੀ ਹੈ, ਜਿਹੜੀ ਖੋਈ ਹੁੰਦੀ ਹੈ ਦਾਦੀ ਮਾਂ ਤੋਂ, ਉਹ ਸੁੱਟਦਾ ਟੇਬਲ ਤੇ। ਫਲਿੰਗ ਦਾ ਮਤਲਬ ਹੁੰਦਾ ਬੇਟਾ ਥਰੋ, ਸੁੱਟਣਾ, ਟੇਬਲ ਤੇ ਸੁੱਟ ਦਿੰਦਾ। ਐਂਡ ਗੋ ਆਊਟ ਸ਼ਰਗਿੰਗ ਹਿਸ ਸ਼ੋਲਡਰਸ, ਅਤੇ ਉਹ ਆਪਣੇ ਮੋਢੇ ਮਾਰਦਾ ਹੋਇਆ ਬਾਹਰ ਚਲਾ ਜਾਂਦਾ ਹੈ। ਨਾ ਸ਼ਰਗ ਦਾ ਮਤਲਬ ਹੁੰਦਾ ਹੈ ਮੋਢੇ ਮਾਰਨਾ, ਸ਼ੋਲਡਰਸ ਇੱਥੇ ਮੋਢਿਆਂ ਨੂੰ ਕਿਹਾ ਗਿਆ। ਸ਼ਰਗ ਦਾ ਮਤਲਬ ਵੈਸੇ ਹੁੰਦਾ ਕਿ ਜਿਵੇਂ ਇੱਕ ਵਾਰੀ ਆਪਾਂ ਮੋਢੇ ਉੱਪਰ ਚੱਕਦੇ ਹਾਂ ਫਿਰ ਥੱਲੇ ਕਰਦੇ ਹਾਂ, ਜਦ ਆਪਾਂ ਨੂੰ ਕੋਈ ਚੀਜ਼ ਪਸੰਦ ਜੀ ਨਹੀਂ ਆਉਂਦੀ, ਤਾਂ ਐਵੇਂ ਮੋਢੇ ਉੱਤੇ ਚੱਕਦਾ ਥੱਲੇ ਕਰਦਾ ਹੋਇਆ ਉਹ ਸ਼ਰਗ ਕਰਦਾ ਹੋਇਆ ਮੋਢੇ ਬਾਹਰ ਚਲਾ ਜਾਂਦਾ। ਤਾਂ ਇਸ ਦੇ ਨਾਲ ਹੀ ਜੀ ਸਾਡਾ ਚੈਪਟਰ ਖਤਮ ਹੁੰਦਾ ਹੈ। ਐਕਚੁਅਲੀ ਬੇਟਾ ਇਸ ਚੈਪਟਰ ਦੇ ਵਿੱਚ ਨਾ ਸਿਰਫ ਇਹ ਦੱਸਿਆ ਗਿਆ ਹੈ ਰਾਈਟਰ ਵੱਲੋਂ ਕਿ ਜਿਹੜੀਆਂ ਬੁੱਕਸ ਹੈ ਉਹ ਉਹਨਾਂ ਦੇ ਵਿੱਚੋਂ ਬਚਪਨ ਤੋਂ ਰਹਿ ਰਿਹਾ ਹੈ, ਬਚਪਨ ਤੋਂ ਹੀ ਬੁੱਕਸ ਨੂੰ ਦੇਖ ਰਿਹਾ ਹੈ। ਦੇਖੋ ਦਾਦਾ ਜੀ ਦੇ ਸ਼ੌਂਕ ਹੋਰ ਨੇ, ਉਹਨਾਂ ਨੂੰ ਹੋਰ ਤਰ੍ਹਾਂ ਦੀਆਂ ਕਿਤਾਬਾਂ ਪਸੰਦ ਨੇ, ਦਾਦੀ ਜੀ ਨੂੰ ਹੋਰ ਤਰ੍ਹਾਂ ਦੀਆਂ ਕਿਤਾਬਾਂ ਪਸੰਦ ਨੇ। ਉਹਨੇ ਦਾਦਾ ਜੀ ਵਾਲੀਆਂ ਬੁੱਕਸ ਦੇ ਲਈ ਕਿੰਨੇ ਵਧੀਆ ਵਰਡਸ ਯੂਜ਼ ਕੀਤੇ ਨੇ, ਦਾਦੀ ਲਈ ਜਿਹੜੀਆਂ ਬੁੱਕਸ ਨੇ ਉਹਨਾਂ ਦੇ ਵਰਡਸ ਇੰਨੇ ਵਧੀਆ ਨਹੀਂ ਹੈਗੇ। ਤਾਂ ਹੀ ਯਾਦ ਕਰੋ ਕਿ ਆਪਣੇ ਇੰਟਰੋਡਕਟਰੀ ਪੈਰੇ ਦੇ ਵਿੱਚ ਉਸਨੇ ਇੱਕ ਗੱਲ ਲਿਖੀ ਸੀ ਰਾਈਟਰ ਨੇ ਕਿ ਦੋ ਚੀਜ਼ਾਂ ਦਾ ਸਾਨੂੰ ਇਸ ਚੈਪਟਰ ਦੇ ਵਿੱਚ ਪਤਾ ਲੱਗਦਾ ਹੈ। ਇੱਕ ਤਾਂ ਸਾਨੂੰ ਪਤਾ ਲੱਗਦਾ ਹੈ ਕਿ
ਜਿਹੜਾ ਇਸ ਰਾਈਟਰ ਦਾ ਬੁక్స్ ਦੇ ਲਈ ਇੰਟੈਂਸ ਪੈਸ਼ਨ ਹੈ। ਯਾਦ ਕਰੋ ਆਪਾਂ ਕੱਲ ਕਰਿਆ ਸੀ, ਇੱਕ ਤਾਂ ਇੰਟੈਂਸ ਪੈਸ਼ਨ ਹੈ ਕਿ ਬੁక్స్ ਦੇ ਪ੍ਰਤੀ ਉਹ ਕਿੰਨਾ ਜ਼ਿਆਦਾ ਜੁੜਿਆ ਹੋਇਆ। ਦੂਸਰਾ ਉਸਨੇ ਡਿਸਕ੍ਰਿਮੀਨੇਟ ਕਰਿਆ, ਉਸਨੇ ਡਿਸਕ੍ਰਿਮੀਨੇਟ ਕਰਿਆ ਆਪਣੀਆਂ ਗ੍ਰੈਂਡ ਪੇਰੈਂਟਸ ਦੀਆਂ ਬੁక్స్ ਦਾ। ਤਾਂ ਹੁਣ ਸਾਨੂੰ ਇੱਥੇ ਪਤਾ ਲੱਗ ਗਿਆ ਕਿ ਦਾਦਾ ਜੀ ਦੇ ਸ਼ੌਂਕ ਕੁਝ ਹੋਰ ਤਰ੍ਹਾਂ ਦੇ ਨੇ, ਉਹ ਥੋੜੀ ਜਿਹੀਆਂ ਹਾਈ ਫਾਈ ਕਿਤਾਬਾਂ ਪੜ੍ਹਨ ਦੀ ਦੇ ਵਿੱਚ ਦਿਲਚਸਪੀ ਰੱਖਦੇ ਨੇ। ਦਾਦੀ ਥੋੜੀ ਜਿਹੀਆਂ ਮਾਡਰਨ ਕਿਤਾਬਾਂ ਪੜ੍ਹਦੀ ਹੈ, ਹੋ ਸਕਦਾ ਰੋਮਾਂਟਿਕ ਕਿਤਾਬਾਂ ਪੜ੍ਹਦੀ ਹੋਵੇ, ਤਾਂ ਇਸੇ ਕਰਕੇ ਉਹ ਹੱਸਦੀ ਹੈ ਉਹ ਪੜ੍ਹ ਕੇ। ਤਾਂ ਇਸ ਤਰੀਕੇ ਦੇ ਨਾਲ ਬੇਟਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ, ਅਤੇ ਇੱਥੋਂ ਸਾਨੂੰ ਇਹ ਵੀ ਪਤਾ ਚੱਲਦਾ ਹੈ ਕਿ ਰਾਈਟਰ ਦਾ ਬੈਂਟ ਆਫ ਮਾਈਂਡ ਕਿੱਧਰ ਹੈ। ਉਹਦਾ ਬੈਂਟ ਆਫ ਮਾਈਂਡ ਉਹਨੇ ਦੱਸ ਹੀ ਦਿੱਤਾ, ਉਹ ਇਹਨਾਂ ਨੂੰ ਟ੍ਰੈਸ਼ੀ ਵਰਕਸ ਕਹਿੰਦਾ ਹੈ, ਵਰਥਲੈਸ ਵਰਕਸ ਕਹਿੰਦਾ ਹੈ, ਜੋ ਦਾਦੀ ਜੀ ਪੜ੍ਹਦੇ ਆ ਉਸਦੇ। ਹਾਂਜੀ ਸਟੂਡੈਂਟਸ, ਇਸੇ ਨਾਲ ਹੀ ਸਾਡਾ ਚੈਪਟਰ ਖਤਮ ਹੁੰਦਾ ਹੈ। ਉਮੀਦ ਹੈ ਕਿ ਤੁਹਾਨੂੰ ਸਾਰਾ ਚੈਪਟਰ ਸਮਝ ਆ ਗਿਆ ਹੋਵੇਗਾ। ਫਿਰ ਵੀ ਜੇਕਰ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਐਂਡ ਤੇ ਤੁਹਾਨੂੰ ਮੈਂ ਆਪਣੇ ਦੁਆਰਾ ਬਣਾਏ ਹੋਏ ਇੰਗਲਿਸ਼ ਇਲੈਕਟਿਵ +2 ਕਲਾਸ ਦੇ ਹੋਰ ਬਹੁਤ ਸਾਰੇ ਵੀਡੀਓਜ਼ ਦੇ ਲਿੰਕ ਸਕਰੀਨ ਦੇ ਉੱਪਰ ਸ਼ੇਅਰ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸੇ ਚੈਪਟਰ ਦੇ ਕੁਐਸਚਨ ਆਨਸਰਸ ਨੂੰ ਡਿਸਕਸ ਕਰਦੇ ਹਾਂ ਜੀ। ਫਿਰ ਮਿਲਦੇ ਹਾਂ, ਧੰਨਵਾਦ।